किताब तूफाना दा शाह असवार शहीद करतार सिंह सराभा। लेखक सरदार अजमेर सिंह। भाग पंजवां। आवाज़ भाई गुरजंट सिंह रूपोवाली। मूल हिंदू धारनावां। हिंदू क्रांतिकारी दल, राजसी जागृति दा वर्ग विशेष खासा ਅਤੇ ਸਿੱਖ ਕੌਮ ਦੀ ਤਤਕਾਲੀ ਰਾਜਸੀ ਦਸ਼ਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੂਲ ਹਿੰਦੂ ਧਾਰਨਾਵਾਂ। 19ਵੀਂ ਸਦੀ ਦੇ ਹਿੰਦੂ ਪੁਨਰਵਾਦੀਆਂ ਦਾ ਇਹ ਨਿਸ਼ਚਿਤ ਵਿਚਾਰ ਬਣ ਗਿਆ ਸੀ ਕਿ ਸਦੀਆਂ ਤੱਕ ਮੁਸਲਮਾਨਾਂ ਦੇ ਗੁਲਾਮ ਰਹਿਣ ਕਰਕੇ ਹਿੰਦੂਆਂ ਅੰਦਰ ਕਾਇਰਤਾ ਤੇ ਹੀਣਤਾ ਦਾ ਭਾਵ ਪੈਦਾ ਹੋ ਗਿਆ ਹੈ ਅਤੇ ਹਿੰਦੂ ਧਰਮ ਨੂੰ ਸੁਰਜੀਤ ਕਰਨ ਲਈ ਹਿੰਦੂਆਂ ਦੇ ਦਿਲਾਂ ਵਿੱਚੋਂ ਇਹ ਭਾਵ ਦੂਰ ਕਰਨਾ ਪਹਿਲੀ ਲੋੜ ਬਣ ਗਈ ਸੀ। ਇਸ ਲੋੜ ਵਿੱਚੋਂ ਜੁਝਾਰੂ ਹਿੰਦੂ ਰਾਸ਼ਟਰਵਾਦੀਆਂ ਨੇ ਭਗਵਤ ਗੀਤਾ ਦੇ ਕਰਮਯੋਗ ਦੇ ਸਿਧਾਂਤ ਦੀ ਮੁੜ ਵਿਆਖਿਆ ਕਰਦਿਆਂ ਇਸ ਨੂੰ ਤਤਕਾਲੀ ਰਾਜਸੀ ਹਾਲਤਾਂ ਤੇ ਲੋੜਾਂ ਦੇ ਅਨੁਕੂਲ ਢਾਲਿਆ। ਬੰਕਿਮ ਚੰਦਰ ਚੱਟੋਪਾਧਿਆਇ 19ਵੀਂ ਸਦੀ ਅੰਦਰ ਆਧੁਨਿਕ ਯੁੱਗ ਦਾ ਸਭ ਤੋਂ ਪਹਿਲਾ ਚਿੰਤਕ ਸੀ, ਜਿਸ ਨੇ ਗੀਤਾ ਦੀ ਪੁਨਰ ਵਿਆਖਿਆ ਕੀਤੀ ਅਤੇ ਇਸ ਕੋਲੋਂ ਸਿੱਧੀ ਰਾਜਸੀ ਪ੍ਰੇਰਣਾ ਹਾਸਲ ਕੀਤੀ। ਉਸ ਤੋਂ ਬਾਅਦ ਕਰਮਵਾਰ ਅਰਬਿੰਦੋ ਘੋਸ਼, ਬਾਲ ਗੰਗਾਧਰ ਤਿਲਕ, ਮਹਾਤਮਾ ਗਾਂਧੀ ਨੇ ਇਸ ਰੀਤ ਨੂੰ ਅੱਗੇ ਤੋਰਿਆ। ਬੰਕਿਮ ਚੰਦਰ ਤੇ ਉਸ ਦੇ ਪੈਰੋਕਾਰਾਂ ਨੇ ਗੀਤਾ ਦੇ ਕਰਮਯੋਗ ਦੇ ਸਿਧਾਂਤ ਦੀ ਮੁੜ ਵਿਆਖਿਆ ਕਰਦਿਆਂ ਹਿੰਸਾ ਨੂੰ ਉਚਿਤ ਠਹਿਰਾਉਣ ਤੇ ਹਿੰਦੂਆਂ ਅੰਦਰ ਸੈਨਿਕਵਾਦ ਦਾ ਜਜ਼ਬਾ ਪੈਦਾ ਕਰਨ ਦਾ ਕਾਰਜ ਛੋਹਿਆ। ਇਸ ਮੰਤਵ ਲਈ ਗਲਪ ਫਿਕਸ਼ਨ ਦੇ ਮਾਧਿਅਮ ਦੀ ਕਾਰਗਰ ਵਰਤੋਂ ਕੀਤੀ ਗਈ। ਬੰਕਿਮ ਚੰਦਰ ਚੱਟੋਪਾਧਿਆਇ ਨੇ 1882 ਈਸਵੀ ਵਿੱਚ ਆਪਣਾ ਪ੍ਰਸਿੱਧ ਨਾਵਲ ਆਨੰਦ ਮਠ ਲਿਖਿਆ। ਇਹ ਨਾਵਲ 18ਵੀਂ ਸਦੀ ਵਿੱਚ ਹਿੰਦੂ ਸੰਨਿਆਸੀਆਂ ਵੱਲੋਂ ਮੁਸਲਮਾਨਾਂ ਦੀ ਸੱਤਾ ਨਵਾਬ ਵਿਰੁੱਧ ਲੜੇ ਗਏ ਕਾਲਪਨਿਕ ਸੰਘਰਸ਼ ਦੀ ਗਾਥਾ ਬਿਆਨ ਕਰਦਾ ਹੈ। ਨਾਵਲ ਵਿੱਚ ਹਿੰਦੂ ਸੰਨਿਆਸੀਆਂ ਦੀ ਮੁਸਲਮਾਨਾਂ ਉੱਤੇ ਕਾਲਪਨਿਕ ਜਿੱਤ ਦਿਖਾਈ ਗਈ ਹੈ। ਮੁਸਲਮਾਨਾਂ ਉੱਤੇ ਹਿੰਦੂਆਂ ਦੀ ਇਹ ਕਾਲਪਨਿਕ ਜਿੱਤ ਹਿੰਦੂ ਮਾਨਸਿਕਤਾ ਨੂੰ ਉਸ ਕੁੰਠਾਂ ਤੋਂ ਮੁਕਤ ਕਰਦੀ ਸੀ ਜਿਸ ਦੀ ਉਹ ਸਦੀਆਂ ਤੋਂ ਸ਼ਿਕਾਰ ਤੁਰੀ ਹੁੰਦੀ ਆ ਰਹੀ ਸੀ। ਨਾਵਲ ਵਿੱਚ ਅੰਗਰੇਜ਼ਾਂ ਦੇ ਰਾਜ ਨੂੰ ਹਿੰਦੂਆਂ ਦੀ ਭਲਾਈ ਦਾ ਜਾਮਨ ਦਿਖਾਇਆ ਗਿਆ ਹੈ ਅਤੇ ਹਿੰਦੂਆਂ ਨੂੰ ਅੰਗਰੇਜ਼ੀ ਰਾਜ ਦੀ ਮਦਦ ਕਰਨ ਦੀ ਸੇਧ ਸੁਝਾਈ ਗਈ ਹੈ। ਨਾਵਲ ਦੇ ਹੇਠਾਂ ਦਿੱਤੇ ਗਏ ਇੱਕ ਵਾਰਤਾਲਾਪ ਚੋਂ ਨਾਵਲ ਦਾ ਕੇਂਦਰੀ ਭਾਵ ਪ੍ਰਗਟ ਹੋ ਜਾਂਦਾ ਹੈ। ਹਿੰਦੂ ਸੰਨਿਆਸੀਆਂ ਦਾ ਆਗੂ ਸਤਿਆਨੰਦ ਮੁਸਲਮਾਨਾਂ ਉੱਤੇ ਜਿੱਤ ਹਾਸਲ ਕਰ ਲੈਣ ਤੋਂ ਬਾਅਦ ਜਦੋਂ ਆਪਣੇ ਧਾਰਮਿਕ ਗੁਰੂ ਵੈਦਰਾਜ ਜੀ ਕੋਲ ਇਹ ਸਵਾਲ ਤੇ ਸ਼ੰਕਾ ਪ੍ਰਗਟ ਕਰਦਾ ਹੈ ਕਿ ਮੁਸਲਮਾਨਾਂ ਦਾ ਰਾਜ ਤਾਂ ਜ਼ਰੂਰ ਖਤਮ ਹੋ ਗਿਆ, ਪਰ ਹਿੰਦੂਆਂ ਦਾ ਰਾਜ ਤਾਂ ਸਥਾਪਿਤ ਨਹੀਂ ਹੋਇਆ। ਹੁਣ ਰਾਜਾ ਕੌਣ ਬਣੇਗਾ? ਕੀ ਦੁਬਾਰਾ ਮੁਸਲਮਾਨ ਹੀ ਹਕੂਮਤ ਬਣਾਉਣਗੇ? ਤਾਂ ਵੈਦਰਾਜ ਜੀ ਦਾ ਸਪਸ਼ਟ ਅਤੇ ਦ੍ਰਿੜ ਉੱਤਰ ਸੀ ਕਿ ਨਹੀਂ, ਹੁਣ ਅੰਗਰੇਜ਼ ਰਾਜ ਕਰਨਗੇ। ਵੈਦਰਾਜ ਜੀ ਸਤਿਆਨੰਦ ਦੇ ਮਨ ਦੀ ਉਲਝਣ ਤੇ ਵੇਦਨਾ ਦੂਰ ਕਰਨ ਲਈ ਕਹਿੰਦਾ ਹੈ, ਸਤਿਆਨੰਦ ਦੁਖੀ ਨਾ ਹੋ, ਅੰਗਰੇਜ਼ਾਂ ਦੇ ਰਾਜ ਬਗੈਰ ਸਨਾਤਨ ਧਰਮ ਦੇ ਪੁਨਰ ਜੀਵਿਤ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਮੈਂ ਮਹਾਂਪੁਰਖਾਂ ਦਾ ਗਿਆਨ ਤੈਨੂੰ ਸਮਝਾਈ ਜਾਂਦਾ ਹਾਂ। ਅੰਗਰੇਜ਼ ਪਦਾਰਥਵਾਦੀ ਗਿਆਨ ਦੇ ਪੰਡਤ ਹਨ ਤੇ ਲੋਕ ਸਿੱਖਿਆ ਦੇ ਵੀ ਮਾਹਰ ਹਨ। ਇਸ ਲਈ ਪਦਾਰਥਵਾਦੀ ਗਿਆਨ ਦੂਜੇ ਦੇਸ਼ ਤੋਂ ਲੈਣਾ ਪਵੇਗਾ। ਇਸ ਲਈ ਅੰਗਰੇਜ਼ਾਂ ਨੂੰ ਸੱਤਾ ਸੌਂਪਣੀ ਜ਼ਰੂਰੀ ਹੈ। ਅੰਗਰੇਜ਼ੀ ਸਿੱਖਿਆ ਨਾਲ ਹੀ ਦੇਸ਼ ਦੇ ਲੋਕ ਆਪਣੀ ਅੰਤਰ ਆਤਮਾ ਨੂੰ ਖੰਗਾਲਣ ਦੇ ਸਮਰੱਥ ਹੋ ਸਕਣਗੇ। ਫਿਰ ਸਨਾਤਨ ਧਰਮ ਦੇ ਪ੍ਰਚਾਰ ਵਿੱਚ ਕੋਈ ਵਿਘਨ ਨਹੀਂ ਪਵੇਗਾ। ਅਸਲੀ ਧਰਮ ਆਪਣੇ ਆਪ ਪ੍ਰਕਾਸ਼ਮਾਨ ਉੱਠੇਗਾ। ਜਿੰਨਾ ਚਿਰ ਅਜਿਹਾ ਨਹੀਂ ਹੁੰਦਾ, ਜਿੰਨਾ ਚਿਰ ਹਿੰਦੂ ਮੁੜ ਤੋਂ ਗੁਣੀ ਗਿਆਨੀ ਤੇ ਤਾਕਤਵਰ ਨਹੀਂ ਹੋ ਜਾਂਦੇ, ਉਹਨਾਂ ਚਿਰ ਅੰਗਰੇਜ਼ਾਂ ਦਾ ਰਾਜ ਕਾਇਮ ਰਹੇਗਾ। ਅੰਗਰੇਜ਼ੀ ਰਾਜ ਵਿੱਚ ਪ੍ਰਜਾ ਸੁਖੀ ਹੋਵੇਗੀ ਤੇ ਸੁਖ ਸ਼ਾਂਤੀ ਨਾਲ ਆਪਣੇ ਧਰਮ ਦਾ ਪਾਲਣ ਕਰੇਗੀ। ਹੇ ਬੁੱਧੀਮਾਨ, ਅੰਗਰੇਜ਼ਾਂ ਨਾਲ ਯੁੱਧ ਕਰਨ ਦੀ ਥਾਂ ਮੇਰੇ ਪਿੱਛੇ ਚੱਲਿਆ ਆ। ਤੁਹਾਡਾ ਵਰਤ ਸਫਲ ਹੋਇਆ ਹੈ। ਮਾਤਾ ਦੀ ਜੈ ਜੈਕਾਰ ਨਾਲ ਅੰਗਰੇਜ਼ਾਂ ਦਾ ਰਾਜ ਸਥਾਪਿਤ ਹੋਇਆ। ਹੁਣ ਯੁੱਧ ਦਾ ਵਿਚਾਰ ਤਿਆਗ, ਲੋਕ ਖੇਤੀਬਾੜੀ ਵਿੱਚ ਲੱਗਣ, ਧਰਤੀ ਖੁਸ਼ਹਾਲ ਹੋਵੇ ਤੇ ਲੋਕਾਂ ਦੇ ਚਿਹਰਿਆਂ ਤੇ ਰੌਣਕ ਵਧੇ। ਵੈਦਰਾਜ ਜੀ ਦਾ ਉਪਦੇਸ਼ ਮੰਨ ਕੇ ਸੰਨਿਆਸੀਆਂ ਦਾ ਆਗੂ ਸਤਿਆਨੰਦ ਸਭ ਕੁਝ ਤਿਆਗ ਕੇ ਹਿਮਾਲਾ ਪਰਬਤ ਲਈ ਚੱਲ ਪੈਂਦਾ ਹੈ ਤਾਂ ਕਿ ਅੰਗਰੇਜ਼ਾਂ ਦਾ ਰਾਜ
ਨਿਰਵਿਘਨ ਸਥਾਪਿਤ ਹੋ ਜਾਵੇ ਤੇ ਹਿੰਦੂ ਧਰਮ ਦੀ ਜੈ ਜੈਕਾਰ ਚਹੁੰ ਕੁੰਟਾਂ ਵਿੱਚ ਫੈਲ ਜਾਵੇ। ਇਸ ਤਰੀਕੇ ਨਾਲ ਆਨੰਦ ਮੱਠ ਨਾਵਲ ਦਾ ਕਾਲਪਨਿਕ ਬਿਰਤਾਂਤ ਹਿੰਦੂ ਵਰਗ ਅੰਦਰੋਂ ਹੀਣਤਾ ਦਾ ਭਾਵ ਦੂਰ ਕਰਨ ਦਾ ਵਾਹਕ ਬਣਿਆ। ਬੰਕਮ ਚੰਦਰ ਚਟੋਪਾਧਿਆ ਵੱਲੋਂ 1870 ਈਸਵੀ ਵਿੱਚ ਲਿਖਿਆ ਗਿਆ ਵੰਦੇ ਮਾਤਰਮ ਨਾਂ ਦਾ ਗੀਤ ਨਾਵਲ ਵਿੱਚ ਪਾਤਰਾਂ ਦੇ ਮੁੱਖ ਗੀਤ ਵਜੋਂ ਫਿੱਟ ਕੀਤਾ ਗਿਆ ਸੀ। ਨਾਵਲ ਵਿੱਚ ਹਿੰਦੂਆਂ ਨੂੰ ਵੰਦੇ ਮਾਤਰਮ ਦੇ ਨਾਅਰੇ ਗੁੰਜਾਉਂਦਿਆਂ ਮੁਸਲਮਾਨਾਂ ਉੱਤੇ ਹਮਲੇ ਕਰਦੇ ਤੇ ਉਹਨਾਂ ਦੇ ਘਰ-ਬਾਰ ਸਾੜਦੇ ਦਰਸਾਇਆ ਗਿਆ ਹੈ। ਮੁਸਲਮਾਨ ਵਿਰੋਧੀ ਤੱਤ ਨਾਲ ਛਲਕਦੇ ਇਸ ਨਾਵਲ ਨੂੰ ਬੰਗਾਲੀ ਭਦਰ ਲੋਕ ਨੇ ਅਮਲੀ ਰੂਪ ਵਿੱਚ ਬਸਤੀਵਾਦੀ ਵਿਰੋਧੀ ਸੰਘਰਸ਼ ਅੰਦਰ ਸਿਆਸੀ ਦਸਤਾਵੇਜ਼ ਦੇ ਰੂਪ ਵਿੱਚ ਅਪਣਾ ਲਿਆ। ਵੰਦੇ ਮਾਤਰਮ ਨੂੰ ਰਾਸ਼ਟਰਵਾਦੀ ਨਾਅਰੇ ਦਾ ਸਨਮਾਨਯੋਗ ਰੁਤਬਾ ਪ੍ਰਦਾਨ ਕਰ ਦਿੱਤਾ ਗਿਆ। ਇਸ ਨੂੰ ਨਾ ਕੇਵਲ ਹਿੰਦੂਆਂ ਅੰਦਰ ਸਗੋਂ ਚੁਸਤੀ ਤੇ ਮਕਾਰੀ ਨਾਲ ਗੈਰ ਹਿੰਦੂ ਵਰਗਾਂ ਅੰਦਰ ਵੀ ਮਕਬੂਲ ਕਰ ਦਿੱਤਾ ਗਿਆ। ਬੰਕਮ ਚੰਦਰ ਚਟੋਪਾਧਿਆ ਨੇ ਦੇਸ਼ ਭਗਤੀ ਨੂੰ ਨਾ ਸਿਰਫ ਧਰਮ ਦੇ ਬਰਾਬਰ ਖੜਾ ਕਰ ਦਿੱਤਾ, ਸਗੋਂ ਇਸ ਤੋਂ ਵੀ ਅੱਗੇ ਵੱਧ ਕੇ ਉਸ ਨੇ ਇਸ ਨੂੰ ਸਭ ਤੋਂ ਉਚੇਰੇ ਧਰਮ ਦਾ ਪਵਿੱਤਰ ਦਰਜਾ ਬਖਸ਼ ਦਿੱਤਾ। ਇਸ ਸੂਤਰੀਕਰਨ ਸਿੱਧੇ ਤੇ ਪ੍ਰਤੱਖ ਰੂਪ ਵਿੱਚ ਹਿੰਦੂ ਵਰਗ ਦਾ ਪੱਖ ਪੂਰਦਾ ਹੈ, ਕਿਉਂਕਿ ਜਿਵੇਂ ਪਿੱਛੇ ਦਰਸਾਇਆ ਗਿਆ ਹੈ, ਭਾਰਤ ਅੰਦਰ ਰਾਸ਼ਟਰਵਾਦ ਦਾ ਸੰਕਲਪੀਕਰਨ ਜਿਸ ਤਰੀਕੇ ਨਾਲ ਕੀਤਾ ਗਿਆ ਹੈ, ਉਸ ਅਨੁਸਾਰ ਦੇਸ਼ ਭਗਤੀ ਤੇ ਹਿੰਦੂ ਰਾਸ਼ਟਰਵਾਦ ਵਿਚਕਾਰ ਨਖੇੜਾ ਕਰ ਸਕਣਾ ਮੁਸ਼ਕਲ ਹੈ। ਦੋਵੇਂ ਇੱਕ ਦੂਜੇ ਵਿੱਚ ਗੁੰਦੇ ਹੋਏ ਹਨ। ਹਿੰਦੂ ਤੇ ਭਾਰਤੀ ਪਦ ਅਮਲੀ ਰੂਪ ਵਿੱਚ ਸਮਅਰਥੀ ਹੋਣ ਕਰਕੇ ਹਿੰਦੂ ਪਛਾਣ ਤੇ ਭਾਰਤੀ ਪਛਾਣ ਵਿਚਕਾਰ ਸਾਂਝੀ ਭਾਰਤੀ ਪਛਾਣ ਵਿਕਸਿਤ ਕਰਨ ਦਾ ਅਮਲੀ ਨਤੀਜਾ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਦੀਆਂ ਆਪੋ ਆਪਣੀਆਂ ਨਿਵੇਕਲੀਆਂ ਪਛਾਣਾਂ ਨੂੰ ਖਤਮ ਕਰਨਾ ਜਾਂ ਇਹਨਾਂ ਨੂੰ ਸਰਬ ਸਾਂਝੀ ਭਾਰਤੀ ਪਛਾਣ ਦੇ ਮਾਤ ਹਿੱਤ ਬਣਾਉਣਾ ਹੈ। ਜਦੋਂ ਦੇਸ਼ ਭਗਤੀ ਨੂੰ ਸਭ ਨਾਲੋਂ ਉਚੇਰੇ ਧਰਮ ਦਾ ਰੁਤਬਾ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਸਵੈ ਸਿੱਧ ਹੀ ਘੱਟ ਗਿਣਤੀ ਧਰਮਾਂ ਦਾ ਦਰਜਾ ਨੀਵਾਂ ਹੋ ਜਾਂਦਾ ਹੈ। ਉਹਨਾਂ ਕੋਲੋਂ ਆਪਣੇ ਧਾਰਮਿਕ ਸਰੋਕਾਰਾਂ ਨੂੰ ਦੇਸ਼ ਭਗਤੀ ਦੇ ਉਚੇਰੇ ਧਰਮ ਲਈ ਕੁਰਬਾਨ ਕਰਨ ਦੀ ਮੰਗ ਕੀਤੀ ਜਾਂਦੀ ਹੈ। ਇਸ ਤਰ੍ਹਾਂ ਘੱਟ ਗਿਣਤੀ ਧਰਮ ਨਿਰੰਤਰ ਦਬਾਅ ਹੇਠ ਅਤੇ ਬਹੁ ਗਿਣਤੀ ਦੇ ਮੁਕਾਬਲੇ ਗੈਰ ਲਾਹੇਵੰਦੀ ਹਾਲਤ ਵਿੱਚ ਆ ਜਾਂਦੇ ਹਨ। ਇਸੇ ਕਰਕੇ ਹੀ ਟਾਈਮਜ਼ ਆਫ ਇੰਡੀਆ ਅਖਬਾਰ ਦੇ ਕੱਟੜ ਹਿੰਦੂ ਤਵੀ ਸੰਪਾਦਕ ਮਰਹੂਮ ਗਿਰੀ ਲਾਲ ਜੈਨ ਨੇ ਆਪਣੇ ਪ੍ਰਸਿੱਧ ਸਿਧਾਂਤਕ ਕਿਤਾਬਚੇ ਅੰਦਰ ਬੰਕਮ ਚੰਦਰ ਚਟੋਪਾਧਿਆ ਦੇ ਇਸ ਸੂਤਰੀਕਰਨ ਨੂੰ ਉਸ ਦੀਆਂ ਲਿਖਤਾਂ ਦਾ ਮੀਰੀ ਖਿਆਲ ਕਹਿ ਕੇ ਨਿਵਾਜਿਆ ਹੈ। ਇਸ ਦੇ ਨਾਲ ਹੀ ਬੰਕਿਮ ਚੰਦਰ ਨੇ ਦੇਸ਼ ਦੀ ਉਪਮਾ ਦੇਵੀ ਮਾਂ ਨਾਲ ਕੀਤੀ। ਇਸ ਨਾਲ ਸੁਭਾਵਿਕ ਤੇ ਅਟਲ ਰੂਪ ਵਿੱਚ ਦੇਸ਼ ਭਗਤੀ ਦੇ ਸੰਕਲਪ ਦਾ ਹਿੰਦੂਕਰਨ ਹੋ ਗਿਆ। ਇਸ ਤਰੀਕੇ ਨਾਲ ਦੇਸ਼ ਭਗਤੀ ਦੇ ਨਾਂ ਉੱਤੇ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ, ਵਿਸ਼ੇਸ਼ ਕਰਕੇ ਮੁਸਲਮਾਨਾਂ ਤੇ ਸਿੱਖਾਂ ਨੂੰ ਉਹਨਾਂ ਦੇ ਮੂਲ ਧਾਰਮਿਕ ਅਕੀਦਿਆਂ ਨਾਲ ਟਕਰਾਉਂਦੀਆਂ ਹਿੰਦੂ ਮਨੌਤਾਂ ਪ੍ਰਵਾਨ ਕਰਨ ਲਈ ਪ੍ਰੇਰਿਤ ਤੇ ਮਜਬੂਰ ਕਰਨ, ਅਰਥਾਤ ਅਸ਼ੋਪਲੇ ਢੰਗ ਨਾਲ ਉਹਨਾਂ ਨੂੰ ਹਿੰਦੂ ਰੀਤੇ ਤੋਰਨ ਦੀ ਕਵਾਇਦ ਸ਼ੁਰੂ ਹੋ ਗਈ। ਹਿੰਦੂ ਕ੍ਰਾਂਤੀਕਾਰੀ ਦਲ ਅਰਬਿੰਦੋ ਘੋਸ਼ ਨੇ ਬੰਕਮ ਚੰਦਰ ਕੋਲੋਂ ਪ੍ਰੇਰਿਤ ਤੇ ਉਤਸ਼ਾਹਤ ਹੋ ਕੇ ਹਿੰਦੂ ਉੱਚ ਜਾਤੀਆਂ ਅੰਦਰ ਲੜਾਕੂ ਜਜ਼ਬਾ ਪੈਦਾ ਕਰਨ ਲਈ ਸਿਧਾਂਤਕ ਤੇ ਅਮਲੀ ਖੇਤਰ ਅੰਦਰ ਪੁਰਜੋਸ਼ ਸਰਗਰਮੀ ਆਰੰਭ ਦਿੱਤੀ। ਉਸ ਨੇ 1909 ਈਸਵੀ ਵਿੱਚ ਆਨੰਦ ਮੱਠ ਦਾ ਅੰਗਰੇਜ਼ੀ ਅਨੁਵਾਦ ਕਰਕੇ ਇਸ ਨੂੰ ਆਪਣੇ ਪਰਚੇ ਕਰਮਯੋਗਣੀ ਵਿੱਚ ਲੜੀਵਾਰ ਛਾਪਿਆ। ਬੰਕਮ ਚੰਦਰ ਚਟੋਪਾਧਿਆ ਦੇ ਵਿਚਾਰਾਂ, ਖਾਸ ਕਰਕੇ ਆਨੰਦ ਮੱਠ ਨਾਵਲ ਤੋਂ ਪ੍ਰੇਰਿਤ ਤੇ ਉਤਸ਼ਾਹਤ ਹੋ ਕੇ ਬੰਗਾਲ ਅੰਦਰ ਜੁਝਾਰੂ ਹਿੰਦੂ ਰਾਸ਼ਟਰਵਾਦੀਆਂ ਨੇ ਗੁਪਤ ਜਥੇਬੰਦੀਆਂ ਬਣਾ ਕੇ ਅੰਗਰੇਜ਼ੀ ਰਾਜ ਵਿਰੁੱਧ ਹਥਿਆਰਬੰਦ ਕਾਰਨਾਮੇ ਕਰਨੇ ਸ਼ੁਰੂ ਕਰ ਦਿੱਤੇ। 20ਵੀਂ ਸਦੀ ਦੇ ਮੁੱਢਲੇ ਸਾਲਾਂ ਅੰਦਰ ਬੰਗਾਲ ਵਿੱਚ ਜੁਝਾਰੂ ਹਿੰਦੂ ਰਾਸ਼ਟਰਵਾਦੀਆਂ ਦੇ ਦੋ ਗਰੁੱਪ ਸਨ, ਇੱਕ ਅਨੁਸ਼ੀਲਨ ਸਮਿਤੀ ਤੇ ਦੂਜਾ ਵਿਪਲਵੀ ਅਥਵਾ ਜੁਗਾਂਤਰ ਗਰੁੱਪ। ਅਨੁਸ਼ੀਲਨ ਦਾ ਸੰਕਲਪ ਬੰਕਮ ਚੰਦਰ ਚੈਟਰਜੀ ਨੇ ਘੜਿਆ ਤੇ ਪ੍ਰਚਲਿਤ ਕੀਤਾ ਸੀ। ਇਸ ਦਾ ਅਰਥ ਤਨ ਤੇ ਮਨ ਨੂੰ ਸਾਧਨਾ ਸੀ। ਮਨ ਦੇ ਨਾਲ ਤਨ ਨੂੰ ਸਾਧਨ ਦੀ ਲੋੜ ਇਸ ਕਰਕੇ ਦਰਸਾਈ ਗਈ ਸੀ ਕਿ ਹਿੰਦੂਆਂ ਅੰਦਰੋਂ ਆਪਣੇ ਆਪ ਨੂੰ ਜਿਸਮਾਨੀ ਪੱਖੋਂ
ਮੁਸਲਮਾਨਾਂ ਤੋਂ ਕਮਜ਼ੋਰ ਸਮਝਣ ਦੀ ਹੀਣ ਭਾਵਨਾ ਦੂਰ ਕੀਤੀ ਜਾ ਸਕੇ ਅਤੇ ਉਹ ਤਨ ਦੀ ਸਾਧਨਾ ਜ਼ਰੀਏ ਮੁਸਲਮਾਨਾਂ ਦੇ ਜਿਸਮਾਨੀ ਬਲ ਦਾ ਟਾਕਰਾ ਕਰਨ ਦੇ ਸਮਰੱਥ ਹੋ ਸਕਣ। 1908 ਈਸਵੀ ਵਿੱਚ ਬੰਗਾਲੀ ਹਿੰਦੂ ਰਾਸ਼ਟਰਵਾਦੀਆਂ ਨੇ ਬਨਾਰਸ ਵਿਖੇ ਅਨੁਸ਼ੀਲਨ ਸਮਿਤੀ ਨਾਂ ਹੇਠ ਪਹਿਲਾ ਕ੍ਰਾਂਤੀਕਾਰੀ ਦਲ ਕਾਇਮ ਕੀਤਾ। ਬਾਅਦ ਵਿੱਚ ਸਰਕਾਰ ਨੂੰ ਚਕਮਾ ਦੇਣ ਲਈ ਇਸ ਦਾ ਨਾਮ ਬਦਲ ਕੇ ਜੰਗ ਮੈਨਜ਼ ਐਸੋਸੀਏਸ਼ਨ ਕਰ ਦਿੱਤਾ ਗਿਆ ਸੀ। ਯੁਗਾਂਤਰ ਦਾ ਸ਼ਬਦ ਅਰਥ ਹੈ ਯੁੱਗ ਦਾ ਅੰਤਰ, ਭਾਵ ਇਹ ਕਿ ਹਿੰਦੂ ਰਾਸ਼ਟਰਵਾਦੀ ਨਵਾਂ ਯੁੱਗ ਲਿਆਉਣਾ ਚਾਹੁੰਦੇ ਸਨ ਜਿੱਥੇ ਵੈਦਿਕ ਹਿੰਦੂ ਧਰਮ ਦੀ ਜੈ ਜੈਕਾਰ ਹੋਣੀ ਸੀ। 1906 ਈਸਵੀ ਵਿੱਚ ਯੁਗਾਂਤਰ ਦੇ ਨਾਂ ਹੇਠ ਪਹਿਲਾਂ ਬੰਗਾਲੀ ਰਾਸ਼ਟਰਵਾਦੀ ਸਪਤਾਹਿਕ ਪਰਚਾ ਛਪਣਾ ਆਰੰਭ ਹੋਇਆ। ਇਸ ਦਾ ਸੰਪਾਦਕ ਸਵਾਮੀ ਵਿਵੇਕਾਨੰਦ ਦਾ ਛੋਟਾ ਭਰਾ ਭੁਪੇਂਦਰ ਨਾਥ ਦੱਤ ਸੀ, ਪਰ ਅਮਲੀ ਰੂਪ ਵਿੱਚ ਸੰਪਾਦਕੀ ਲੇਖ ਅਰਬਿੰਦੋ ਘੋਸ਼ ਹੀ ਲਿਖਦਾ ਸੀ। ਯੁਗਾਂਤਰ ਤੋਂ ਇਲਾਵਾ ਅਰਬਿੰਦੋ ਘੋਸ਼ ਨੇ 1906 ਵਿੱਚ ਵੰਦੇ ਮਾਤਰਮ ਦੇ ਨਾਮ ਹੇਠ ਇੱਕ ਹੋਰ ਪਰਚਾ ਛਾਪਣਾ ਸ਼ੁਰੂ ਕਰ ਦਿੱਤਾ ਸੀ। ਇਹ ਦੋਵੇਂ ਹੀ ਗਰੁੱਪ ਬੰਗਾਲ ਮਾਤਰ ਭੂਮੀ ਨੂੰ ਬਰਤਾਨਵੀ ਸਾਮਰਾਜ ਤੋਂ ਮੁਕਤ ਕਰਾਉਣ ਲਈ ਇੱਕਾ ਦੁੱਕਾ ਹਥਿਆਰਬੰਦ ਕਾਰਵਾਈਆਂ ਕਰਦੇ ਸਨ। ਦੋਹਾਂ ਹੀ ਗਰੁੱਪਾਂ ਦਾ ਮਕਸਦ ਮਾਤਰ ਭੂਮੀ ਨੂੰ ਆਜ਼ਾਦ ਕਰਵਾ ਕੇ ਹਿੰਦੂਆਂ ਦੀ ਖੁੱਸੀ ਹੋਈ ਸ਼ਾਨ ਬਹਾਲ ਕਰਨਾ ਸੀ। ਦੋਵੇਂ ਹੀ ਗਰੁੱਪ ਮੁਸਲਮਾਨਾਂ ਨੂੰ ਤਿੱਖੀ ਨਫ਼ਰਤ ਕਰਦੇ ਸਨ। ਇਨ੍ਹਾਂ ਗਰੁੱਪਾਂ ਵਿੱਚ ਸ਼ਾਮਲ ਹੋਣ ਲਈ ਮੈਂਬਰਾਂ ਨੂੰ ਉਸੇ ਹੀ ਤਰ੍ਹਾਂ ਦੇਵੀ ਦੀ ਸਹੁੰ ਚੁੱਕਣੀ ਪੈਂਦੀ ਸੀ ਜਿਸ ਤਰ੍ਹਾਂ ਆਨੰਦ ਮਠ ਨਾਵਲ ਵਿੱਚ ਦਿਖਾਇਆ ਗਿਆ ਹੈ। ਅਨੁਸ਼ੀਲਨ ਸਮਿਤੀ ਦਾ ਮੈਂਬਰ ਬਣਨ ਵੇਲੇ ਕਾਲੀ ਮਾਤਾ ਮੂਹਰੇ ਖੜ ਕੇ ਸਿਰ ਉੱਤੇ ਗੀਤਾ ਰੱਖ ਕੇ ਤੇ ਹੱਥ ਵਿੱਚ ਤਲਵਾਰ ਜਾਂ ਪਿਸਤੌਲ ਫੜ ਕੇ ਸਹੁੰ ਚੁੱਕਣੀ ਪੈਂਦੀ ਸੀ। ਇਸ ਦੇ ਮੈਂਬਰਾਂ ਅੰਦਰ ਜੰਗਜੂ ਸਪਿਰਿਟ ਭਰਨ ਲਈ ਉਹਨਾਂ ਨੂੰ ਲਾਠੀ ਤੇ ਤਲਵਾਰ ਆਦਿ ਚਲਾਉਣ ਦੀ ਉਚੇਰੀ ਸਿੱਖਿਆ ਤੇ ਟ੍ਰੇਨਿੰਗ ਦਿੱਤੀ ਜਾਂਦੀ ਸੀ। ਅਨੁਸ਼ੀਲਨ ਸਮਿਤੀ ਦੇ ਪ੍ਰਸਿੱਧ ਆਗੂ ਤਰਲੋਕਨਾਥ ਚੱਕਰਵਰਤੀ, ਜਿਸ ਨੇ ਲਗਭਗ 30 ਸਾਲ ਜੇਲ੍ਹਾਂ ਅੰਦਰ ਕਠੋਰ ਜੀਵਨ ਬਤੀਤ ਕੀਤਾ ਸੀ, ਨੇ ਆਪਣੀ ਜੀਵਨ ਵਿਥਿਆ ਬਿਆਨ ਕਰਦਿਆਂ ਲਿਖਿਆ ਹੈ ਕਿ ਅਨੁਸ਼ੀਲਨ ਸਮਿਤੀ ਦੇ ਬਾਨੀ ਆਗੂ ਪੁਲਨ ਬਾਬੂ ਨੇ ਇੱਕ ਮਰਾਠਾ ਸੱਜਣ ਤੋਂ ਤਲਵਾਰ ਅਤੇ ਛੁਰਾ ਚਲਾਉਣਾ ਸਿੱਖਿਆ ਅਤੇ ਲੋਕਲ ਲਠੈਤਾਂ ਤੋਂ ਲਾਠੀ ਚਲਾਉਣੀ ਸਿੱਖੀ। ਪੁਲਨ ਬਾਬੂ ਨੇ ਭਾਰਤ ਨੂੰ ਆਜ਼ਾਦ ਕਰਾਉਣਾ ਚਾਹਿਆ ਸੀ, ਇਸ ਲਈ ਉਹਨਾਂ ਨੇ ਦੇਸ਼ ਵਿੱਚ ਯੁਵਾ ਸ਼ਕਤੀ ਜਗਾਉਣ ਦੀ ਕੋਸ਼ਿਸ਼ ਕੀਤੀ ਅਤੇ ਸਮਿਤੀ ਵਿੱਚ ਤਲਵਾਰ, ਲਾਠੀ, ਛੁਰਾ ਚਲਾਉਣਾ ਅਤੇ ਸਿਖਾਉਣਾ ਸ਼ੁਰੂ ਕੀਤਾ। ਤਰਲੋਕਨਾਥ ਚੱਕਰਵਰਤੀ ਦੇ ਹੇਠ ਦਿੱਤੇ ਹਵਾਲੇ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਮੁੱਢਲੇ ਬੰਗਾਲੀ ਹਿੰਦੂ ਰਾਸ਼ਟਰਵਾਦੀਆਂ ਅੰਦਰ ਹਿੰਦੂਆਂ ਨੂੰ ਮੁਸਲਮਾਨਾਂ ਦੇ ਮੁਕਾਬਲੇ ਵਿੱਚ ਕਮਜ਼ੋਰ ਤੇ ਕਾਇਰ ਸਮਝਣ ਦੀ ਹੀਣ ਭਾਵਨਾ ਤੋਂ ਮੁਕਤ ਕਰਨ ਦੀ ਕਿੰਨੀ ਪ੍ਰਬਲ ਤਾਂਘ ਮਚਲ ਰਹੀ ਸੀ। ਚੱਕਰਵਰਤੀ ਨੇ ਹਿੰਦੂ ਰਾਸ਼ਟਰਵਾਦੀਆਂ ਵੱਲੋਂ ਪੂਰਬੀ ਬੰਗਾਲ ਅੰਦਰ ਕੀਤੀ ਗਈ ਇੱਕ ਡਕੈਤੀ ਦਾ ਵੀਰ ਰਸੀ ਵਰਣਨ ਇਸ ਤਰ੍ਹਾਂ ਕੀਤਾ ਹੈ। 1908 ਵਿੱਚ ਬਾਨਾ ਡਕੈਤੀ ਹੋਈ। ਪੁਲਿਸ ਨੇ ਸਮਝਿਆ ਕਿ ਅਨੁਸ਼ੀਲਨ ਸਮਿਤੀ ਦਾ ਕੰਮ ਹੈ। ਇਸ ਡਕੈਤੀ ਵਿੱਚ ਨੌਜਵਾਨਾਂ ਨੇ ਵਿਲੱਖਣ ਬਹਾਦਰੀ ਦਿਖਾਈ ਸੀ। ਇਨ੍ਹਾਂ ਡਾਕੂਆਂ ਨੇ ਸਾਬਤ ਕਰ ਦਿੱਤਾ ਸੀ ਕਿ ਬੰਗਾਲੀ ਕਾਇਰ ਨਹੀਂ ਹਨ, ਬੰਗਾਲੀ ਲੜਨਾ ਅਤੇ ਮਰਨਾ ਜਾਣਦੇ ਹਨ ਅਤੇ ਹੋਰ ਬੰਗਾਲ ਦੇ ਕ੍ਰਾਂਤੀਕਾਰੀਆਂ ਨੇ ਬੜੀਆਂ ਡਕੈਤੀਆਂ ਕੀਤੀਆਂ ਹਨ। ਦਿਨ ਦਿਹਾੜੇ ਕਲਕੱਤਾ ਸ਼ਹਿਰ ਵਿੱਚ ਹੌਸਲੇਮੰਦ ਡਕੈਤੀਆਂ ਹੋਈਆਂ ਹਨ। ਡਾਕੂਆਂ ਨੇ ਡਕੈਤੀ ਦੇ ਵਕਤ ਬਹੁਤ ਸਾਰੇ ਮੌਕਿਆਂ ਤੇ ਅਦਭੁਤ ਬਹਾਦਰੀ ਤੇ ਹਿੰਮਤ ਦਿਖਾਈ ਹੈ। 1908 ਵਿੱਚ ਅਲੀਪੁਰ ਵਿਖੇ ਹੋਏ ਬੰਬ ਕਾਂਡ ਤੋਂ ਬਾਅਦ ਪੁਲਿਸ ਨੇ ਯੁਗਾਂਤਰ ਗਰੁੱਪ ਦੇ ਬਹੁਤ ਸਾਰੇ ਮੈਂਬਰ ਫੜ ਲਏ। ਇਸ ਦੇ ਨਾਲ ਹੀ ਇਸ ਗਰੁੱਪ ਦਾ ਭੋਗ ਪੈ ਗਿਆ ਤੇ ਪਰਚਾ ਵੀ ਛਪਣਾ ਬੰਦ ਹੋ ਗਿਆ। ਪਰ ਅਨੁਸ਼ੀਲਨ ਸਮਿਤੀ ਦੀਆਂ ਸਰਗਰਮੀਆਂ ਲਗਾਤਾਰ ਜਾਰੀ ਰਹੀਆਂ ਅਤੇ ਇਸ ਗਰੁੱਪ ਦਾ ਦਾਇਰਾ ਚੌੜਾ ਹੁੰਦਾ ਗਿਆ। ਕੇਸ਼ਵ ਬਲੀਰਾਮ ਹੈਡਗੇਵਾਰ, ਜਿਸ ਨੇ ਪਿੱਛੋਂ ਜਾ ਕੇ ਰਾਸ਼ਟਰੀ ਸਵੈਮ ਸੇਵਕ ਸੰਘ RSS ਦੀ ਨੀਂਹ ਰੱਖੀ, ਨੇ 1910-11 ਵਿੱਚ ਕਲਕੱਤਾ ਵਿਖੇ ਡਾਕਟਰੀ ਦੀ ਪੜ੍ਹਾਈ ਕਰਦਿਆਂ ਅਨੁਸ਼ੀਲਨ ਸਮਿਤੀ ਤੋਂ ਹੀ ਦੀਖਿਆ ਲਈ ਸੀ। ਰਾਸ ਬਿਹਾਰੀ ਬੋਸ ਤੇ ਸਚਿੰਦਰ ਨਾਥ ਸਨਿਆਲ, ਜਿਨ੍ਹਾਂ ਨੇ 1915 ਵਿੱਚ ਪੰਜਾਬ ਆ ਕੇ ਗਦਰ ਪਾਰਟੀ ਨਾਲ ਰਾਬਤਾ ਬਣਾਇਆ ਸੀ, ਵੀ ਅਨੁਸ਼ੀਲਨ ਸਮਿਤੀ ਨਾਲ ਜੁੜੇ ਹੋਏ ਸਨ। ਇਨ੍ਹਾਂ ਹਿੰਦੂ ਰਾਸ਼ਟਰਵਾਦੀਆਂ ਦੇ ਮਨਾਂ ਅੰਦਰ ਮੁਸਲਮਾਨਾਂ ਪ੍ਰਤੀ ਇੰਨੀ ਨਫ਼ਰਤ ਤੇ ਦਵੈਸ਼ ਭਰੀ ਪਈ ਸੀ, ਇਸ ਦਾ ਪਤਾ ਬੰਦੀ ਜੀਵਨ ਪੁਸਤਕ ਦੇ ਲੇਖਕ
ਸਚਿੰਦਰ ਨਾਥ ਸਾਨਿਆਲ ਦੇ ਹੇਠ ਲਿਖੇ ਵਿਚਾਰਾਂ ਤੋਂ ਬਖੂਬੀ ਲੱਗ ਜਾਂਦਾ ਹੈ। ਸਾਡੇ ਬੁਲਾਵਣ ਤੇ ਵੀ ਜੇ ਮੁਸਲਮਾਨ ਨਹੀਂ ਸਨ ਆਉਂਦੇ ਤਾਂ ਵਾਹਦ ਕਾਰਨ ਇਹ ਸੀ ਕਿ ਉਹ ਭਾਰਤ ਨਾਲ ਹਿੰਦੂਆਂ ਵਾਂਗ ਪ੍ਰੇਮ ਨਹੀਂ ਸਨ ਕਰਦੇ। ਮੁਸਲਮਾਨਾਂ ਨਾਲ ਮਿਲਣ ਜੁਲਣ ਤੇ ਸਾਡੀ ਇਹ ਧਾਰਨਾ ਬਣੀ ਕਿ ਸਾਡੇ ਦੇਸ਼ ਦੇ ਮੁਸਲਮਾਨ ਲੋਕਾਂ ਦੀ ਤੁਰਕੀ, ਮਿਸਰ, ਫਾਰਸ, ਈਰਾਨ ਜਾਂ ਕਾਬਲ ਵੱਲ ਜਿੰਨੀ ਖਿੱਚ ਹੈ ਉਨੀ ਭਾਰਤ ਵੱਲ ਨਹੀਂ। ਉਹ ਤੁਰਕੀ ਦੇ ਗੌਰਵ ਵਿੱਚ ਖੁਦ ਨੂੰ ਜਿੰਨਾ ਗੌਰਵਸ਼ਾਲੀ ਅਨੁਭਵ ਕਰਦੇ ਹਨ, ਭਾਰਤ ਵਾਸੀਆਂ ਦੇ ਹਿੰਦੂਆਂ ਦੇ ਗੌਰਵ ਵਿੱਚ ਖੁਦ ਨੂੰ ਓਨਾ ਗੌਰਵਸ਼ਾਲੀ ਨਹੀਂ ਮੰਨਦੇ। ਤਰਲੋਕਨਾਥ ਚੱਕਰਵਰਤੀ ਨੇ ਆਪਣੀ ਸਵੈ ਜੀਵਨੀ ਵਿੱਚ ਬਹੁਤ ਫਖਰ ਨਾਲ ਕਿਹਾ ਹੈ ਕਿ ਜਿੱਥੇ ਕਿਤੇ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਦੰਗੇ ਹੋਏ, ਅਨੁਸ਼ੀਲਨ ਸਮਿਤੀ ਦੇ ਮੈਂਬਰਾਂ ਨੇ ਬਹਾਦਰੀ ਨਾਲ ਮੁਸਲਮਾਨਾਂ ਦਾ ਮੁਕਾਬਲਾ ਕੀਤਾ। ਸਰਦਾਰ ਜਗਜੀਤ ਸਿੰਘ ਨੇ ਗਦਰ ਲਹਿਰ ਦਾ ਗੂੜ ਵਿਸ਼ਲੇਸ਼ਣ ਕਰਦਿਆਂ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਦੇ ਵਿਚਾਰ ਧਾਰਕ ਤੇ ਰਾਜਸੀ ਖਾਸੇ ਬਾਰੇ ਦੋ ਅਹਿਮ ਨਿਰਣੇ ਪੇਸ਼ ਕੀਤੇ ਹਨ। ਇੱਕ ਇਹ ਕਿ ਉਹਨਾਂ ਵੱਲੋਂ ਅਪਣਾਏ ਢੰਗ ਤਰੀਕੇ ਤਰਾਸਵਾਦੀ ਅਥਵਾ ਦਹਿਸ਼ਤਗਰਦ ਸਨ। ਦੂਜਾ, ਉਹ ਮੁਸਲਮਾਨਾਂ ਪ੍ਰਤੀ ਵਿਰੋਧ ਤੇ ਦੁਸ਼ਮਣੀ ਦੇ ਭਾਵ ਰੱਖਦੇ ਸਨ। ਉਹਨਾਂ ਲਿਖਿਆ ਹੈ, ਹਿੰਦੂ ਇਨਕਲਾਬੀਆਂ ਵਿੱਚੋਂ ਬੰਗਾਲ ਦੇ ਤਰਾਸਵਾਦੀ ਦੇਸ਼ ਭਗਤ ਫਿਰਕੂ ਜ਼ਹਿਨੀਅਤ ਤੋਂ ਮੁਕਾਬਲਤਨ ਕਾਫੀ ਬੇਲਾਗ ਸਮਝੇ ਜਾਂਦੇ ਸਨ, ਪਰ ਉਹਨਾਂ ਨੇ ਵੀ ਇੱਕ ਤੈਅ ਕੀਤੀ ਹੋਈ ਨੀਤੀ ਅਨੁਸਾਰ ਮੁਸਲਮਾਨ ਭਰਾਵਾਂ ਨੂੰ ਆਪਣੀਆਂ ਜਥੇਬੰਦੀਆਂ ਵਿੱਚ ਸ਼ਾਮਲ ਕਰਨੋਂ ਸੰਕੋਚ ਕਰੀ ਰੱਖੀ। ਸਰਦਾਰ ਖੁਸ਼ਵੰਤ ਸਿੰਘ ਨੇ ਵੀ ਲਿਖਿਆ ਹੈ ਕਿ ਮਹਾਰਾਸ਼ਟਰ ਤੇ ਬੰਗਾਲ ਦੋਵਾਂ ਥਾਵਾਂ ਤੇ 20ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਵਰਗਾਂ ਅੰਦਰ ਰਾਸ਼ਟਰਵਾਦ ਦੀ ਜਿਹੜੀ ਗਰਮ ਖਿਆਲੀ ਧਾਰਾ, ਜਿਹਨੂੰ ਉਹ ਰਾਜਸੀ ਆਤੰਕਵਾਦ ਕਹਿੰਦਾ ਹੈ, ਦਾ ਰੁਝਾਨ ਪੈਦਾ ਹੋਇਆ ਸੀ। ਮਹਾਰਾਸ਼ਟਰ ਵਿੱਚ ਸ਼ਿਵਾਜੀ ਤੇ ਬੰਗਾਲ ਅੰਦਰ ਕਾਲੀ ਦੇਵੀ ਦੀ ਧਰਮ ਪੂਜਾ ਦੀ ਜਿਹੜੀ ਰੀਤ ਆਰੰਭ ਹੋਈ, ਉਹ ਵਰਤਾਰਾ ਹਿੰਦੂਵਾਦ ਦੇ ਪੁਨਰ ਉਭਾਰ ਨਾਲ ਜੁੜਿਆ ਹੋਇਆ ਸੀ। ਦੋਹਾਂ ਹੀ ਥਾਵਾਂ ਤੇ ਮੁਸਲਮਾਨਾਂ ਨੂੰ ਬਾਹਰ ਤੱਕ ਦਿੱਤਾ ਗਿਆ ਸੀ। ਸਚਿੰਦਰ ਨਾਥ ਸਾਨਿਆਲ ਨੇ ਆਪਣੇ ਮੂੰਹੋਂ ਇਹ ਤੱਥ ਤਸਲੀਮ ਕੀਤਾ ਹੈ ਕਿ ਕ੍ਰਾਂਤੀਕਾਰੀਆਂ ਵਿੱਚੋਂ ਬਹੁਤੇ ਹਿੰਦੂ ਅਜਿਹੇ ਸਨ ਜਿਨ੍ਹਾਂ ਦੇ ਦਿਲਾਂ ਵਿੱਚ ਇਹ ਇੱਛਾ ਗੁਪਤ ਰੂਪ ਵਿੱਚ ਸੀ ਕਿ ਭਾਰਤ ਦੇ ਆਜ਼ਾਦ ਹੋਣ ਦਾ ਮਤਲਬ ਹਿੰਦੂ ਰਾਜ ਦੀ ਪੁਨਰ ਸਥਾਪਨਾ ਹੋਵੇਗੀ। ਪਰ ਇਸ ਦੇ ਝੱਟ ਪਿੱਛੋਂ ਉਸ ਨੇ ਇਸ ਅਣਸੁਖਾਵੇ ਸੱਚ ਉੱਤੇ ਲਿਪਾ ਪੋਚੀ ਕਰਦਿਆਂ ਕਿਹਾ, ਪਰ ਹੌਲੀ ਹੌਲੀ ਇਹ ਭਾਵ ਬਿਲਕੁਲ ਅਲੋਪ ਹੋ ਜਾਂਦਾ ਏ ਅਤੇ ਅੰਤ ਵਿੱਚ ਹਾਲਾਂਕਿ ਉਹ ਕ੍ਰਾਂਤੀਕਾਰੀ ਮੁੱਖ ਰੂਪ ਵਿੱਚ ਹਿੰਦੂਆਂ ਦੇ ਉੱਪਰ ਹੀ ਭਰੋਸਾ ਕਰਕੇ ਅੱਗੇ ਵਧਦੇ ਸਨ, ਫਿਰ ਵੀ ਭਾਰਤ ਦੀ ਆਜ਼ਾਦੀ ਦੀ ਕਲਪਨਾ ਵਿੱਚ ਭਾਰਤ ਦੀ ਕਿਸੇ ਵੀ ਜਾਤੀ ਕੌਮ ਨੂੰ ਦੂਸਰੀ ਜਾਤੀ ਦੇ ਅਧੀਨ ਰੱਖਣ ਦਾ ਸੰਕਲਪ ਨਹੀਂ ਰੱਖਿਆ। ਪਰ ਬੁੱਧ ਨੈਸ਼ਨਲਿਸਟ ਹਿੰਦੂ ਆਗੂ ਇਸ ਗੱਲੋਂ ਪੂਰੇ ਸੁਚੇਤ ਸਨ ਕਿ ਹਿੰਦੂ ਰਾਸ਼ਟਰ ਦੀ ਸਥਾਪਨਾ ਦੇ ਇਰਾਦੇ ਦਾ ਖੁੱਲ੍ਹਮ ਖੁੱਲ੍ਹਾ ਐਲਾਨ ਕਰਨ ਨਾਲ ਆਜ਼ਾਦੀ ਦੀ ਲੜਾਈ ਲਈ ਅੰਦਰੂਨੀ ਉਲਝਣਾਂ ਪੈਦਾ ਹੋ ਸਕਦੀਆਂ ਸਨ। ਇਸ ਕਰਕੇ ਉਹਨਾਂ ਨੇ ਹਿੰਦੂ ਰਾਸ਼ਟਰਵਾਦ ਦੀ ਭਾਸ਼ਾ ਵਿੱਚ ਗੱਲ ਕਰਨ ਦੀ ਬਜਾਏ ਭਾਰਤੀ ਰਾਸ਼ਟਰਵਾਦ ਦੀ ਭਾਸ਼ਾ ਵਿੱਚ ਗੱਲ ਕਰਨ ਦਾ ਚੁਸਤ ਪੈਂਤੜਾ ਵਰਤਿਆ। ਇਸ ਨਾਲ ਮੁਸਲਮਾਨਾਂ ਦਾ ਤਾਂ ਮਾਮੂਲੀ ਜਿਹਾ ਹਿੱਸਾ ਹੀ ਗੁੰਮਰਾਹ ਕੀਤਾ ਜਾ ਸਕਿਆ, ਪਰ ਸ਼ਾਤਰ ਦਿਮਾਗ ਹਿੰਦੂ ਆਗੂਆਂ ਨੇ ਸਿੱਖਾਂ ਦੇ ਵੱਡੇ ਹਿੱਸੇ ਨੂੰ ਆਸਾਨੀ ਨਾਲ ਵਰਗਲਾ ਲਿਆ। ਭਾਰਤੀ ਕਮਿਊਨਿਸਟ ਤਾਂ ਆਪਣੇ ਆਧੁਨਿਕਵਾਦੀ ਤੱਤ ਤੇ ਉੱਚ ਜਾਤੀ ਹਿੰਦੂ ਸੱਭਿਆਚਾਰ ਕਰਕੇ ਸਵੈ ਇੱਛਾ ਨਾਲ ਹੀ ਛਲੇ ਗਏ। ਇਸ ਤਰ੍ਹਾਂ ਭਾਰਤੀ ਰਾਸ਼ਟਰਵਾਦ ਦੇ ਜਾਮੇ ਵਿੱਚ ਹਿੰਦੂ ਰਾਸ਼ਟਰਵਾਦੀ ਧਾਰਾ ਦਾ ਜ਼ੋਰ ਚੜ੍ਹ ਗਿਆ। ਰਾਸ਼ਟਰਵਾਦੀ ਆਗੂਆਂ ਤੇ ਵਿਦਵਾਨਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਜਿਹੜਾ ਬਿਰਤਾਂਤ ਸਿਰਜਿਆ, ਉਸ ਵਿੱਚ ਸੁਚੇਤ ਰੂਪ ਵਿੱਚ ਸਰਬ ਲੌਕਿਕਤਾ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ। ਭਾਵ ਧਰਮ ਜਾਂ ਜਾਤੀ ਸੂਚਕ ਪਦਾਂ ਹਿੰਦੂ, ਮੁਸਲਮਾਨ, ਸਿੱਖ ਜਾਂ ਦਲਿਤ ਆਦਿ ਦੀ ਬਜਾਏ ਸਰਬ ਸਾਂਝਾ ਧਰਮ ਨਿਰਲੇਪ ਅਤੇ ਵਰਗ ਨਿਰਲੇਪ ਪਦ ਭਾਰਤੀ ਇਸਤੇਮਾਲ ਕੀਤਾ ਗਿਆ ਹੈ। ਭਾਰਤ ਦੇ ਅਲੱਗ-ਅਲੱਗ ਵਰਗਾਂ ਅੰਦਰ ਆਈ ਅਰਾਸੀ ਜਾਗ੍ਰਿਤੀ ਦਾ ਵਰਗਾਂ ਦੇ ਆਧਾਰ ਤੇ ਨਿਖੇੜਾ ਕਰਕੇ ਹਰ ਇੱਕ ਦੀ ਆਪੋ ਆਪਣੀ ਵਿਸ਼ੇਸ਼ਤਾ ਦਰਸਾਉਣ ਦੀ ਥਾਂ ਆਧੁਨਿਕਵਾਦੀ ਦਸਤੂਰ ਅਨੁਸਾਰ ਸਾਰੇ ਵਰਗਾਂ ਨੂੰ ਭਾਰਤੀ ਪਦ ਵਿੱਚ ਸਮਿਲਿਤ ਕਰਕੇ ਭਾਰਤੀ ਲੋਕਾਂ ਅੰਦਰ ਆਈ ਰਾਜਸੀ ਜਾਗ੍ਰਿਤੀ, ਭਾਰਤੀ ਲੋਕਾਂ ਦਾ ਸੰਗਰਾਮ, ਭਾਰਤੀਆਂ ਦੀ ਬਹਾਦਰੀ, ਭਾਰਤੀ ਲੋਕਾਂ ਦੀਆਂ ਕੁਰਬਾਨੀਆਂ,
ਭਾਰਤੀ ਲੋਕਾਂ ਦੀਆਂ ਸ਼ਾਨਦਾਰ ਰਵਾਇਤਾਂ ਆਦ ਸਰਬ ਲੌਕਿਕ ਵਾਕੰਸ਼ ਪ੍ਰਚਲਿਤ ਕਰ ਦਿੱਤੇ ਗਏ। ਇਸ ਚਤੁਰਾਈ ਨਾਲ ਹਿੰਦੂ ਵਰਗ ਅੰਦਰ ਆਈ ਰਾਜਸੀ ਜਾਗਰਤੀ ਦਾ ਹਿੰਦੂ ਤਵੀ ਅੰਸ਼ ਢੱਕ ਲਿਆ ਗਿਆ। ਇਸ ਬਿਰਤਾਂਤ ਨੂੰ ਵਾਰ-ਵਾਰ ਦੁਹਰਾਉਣ ਨਾਲ ਇਸ ਦਾ ਅਸਰ ਸਾਰੇ ਵਰਗਾਂ ਨੇ ਕਬੂਲ ਕਰ ਲਿਆ। ਇਸ ਨਾਲ ਆਜ਼ਾਦੀ ਦੀ ਲੜਾਈ ਅੰਦਰ ਪ੍ਰਗਟ ਤੇ ਕਿਰਿਆਸ਼ੀਲ ਹੋਏ ਵੱਖ-ਵੱਖ ਰੁਝਾਨਾਂ ਤੇ ਰਾਜਸੀ ਧਾਰਾਵਾਂ ਦੀ ਵਿਸ਼ੇਸ਼ਤਾ ਤੇ ਵਿਲੱਖਣਤਾ ਰੁਲ ਗਈ। ਇਸ ਦਾ ਸਭ ਨਾਲੋਂ ਵੱਧ ਨੁਕਸਾਨ ਸਿੱਖਾਂ ਨੂੰ ਹੋਇਆ ਤੇ ਸਭ ਨਾਲੋਂ ਵੱਧ ਲਾਭ ਹਿੰਦੂ ਉੱਚ ਵਰਗਾਂ ਤੇ ਉੱਚ ਜਾਤੀਆਂ ਨੂੰ ਹੋਇਆ। ਰਾਜਸੀ ਜਾਗਰਤੀ ਦਾ ਵਰਗ ਵਿਸ਼ੇਸ਼ ਖਾਸਾ। ਬਸਤੀਵਾਦੀ ਗਲਬੇ ਤੋਂ ਨਿਜਾਤ ਪਾਉਣਾ ਭਾਰਤ ਦੇ ਸਾਰੇ ਲੋਕਾਂ ਦਾ ਸਾਂਝਾ ਸਰੋਕਾਰ ਸੀ, ਉਹਨਾਂ ਦੀ ਸਾਂਝੀ ਲੋੜ ਸੀ। ਕਿਹਾ ਜਾ ਸਕਦਾ ਹੈ ਕਿ ਉਹ ਬਸਤੀਵਾਦੀ ਰਾਜ ਵਿਰੁੱਧ ਇੱਕ ਹੱਦ ਤੱਕ ਇਕੱਠੇ ਹੋ ਕੇ ਲੜੇ ਨੇ। ਇਹ ਗੱਲ ਸੱਚਾਈ ਦਾ ਇੱਕ ਅੰਸ਼ ਹੀ ਹੈ। ਇਸ ਦੇ ਨਾਲ ਇਹ ਵੀ ਅਕੱਟ ਤੇ ਅਟਲ ਸੱਚਾਈ ਹੈ ਕਿ ਜਦੋਂ ਅਲੱਗ-ਅਲੱਗ ਤਬਕੇ ਸਾਂਝੇ ਕਾਜ ਲਈ ਇਕੱਠੇ ਹੋ ਕੇ ਲੜਦੇ ਹਨ ਤੇ ਉਹਨਾਂ ਦੀ ਆਪੋ ਆਪਣੀ ਵਿਲੱਖਣਤਾ ਤੇ ਵਿਸ਼ੇਸ਼ਤਾ ਅਲੋਪ ਨਹੀਂ ਹੋ ਜਾਂਦੀ। ਇਹ ਹਰ ਪੱਧਰ ਤੇ ਪ੍ਰਗਟ ਹੁੰਦੀ ਹੈ। ਇੱਕੋ ਸਾਂਝੇ ਦੇਸ਼ ਦੇ ਵਾਸੀ ਹੋਣ ਦੇ ਬਾਵਜੂਦ ਹਰ ਸਮਾਜੀ ਆਰਥਿਕ ਤਬਕੇ ਤੇ ਧਾਰਮਿਕ ਭਾਈਚਾਰੇ ਦੀ ਸਥਿਤੀ, ਸੰਖਿਆ, ਆਰਥਿਕ ਹੈਸੀਅਤ ਤੇ ਸਮਾਜੀ ਦਰਜੇ ਦੇ ਲਿਹਾਜ਼ ਨਾਲ ਵੱਖਰੀ ਵੱਖਰੀ ਹੁੰਦੀ ਹੈ। ਹਰ ਵਰਗ ਆਪੋ ਆਪਣੀ ਸਥਿਤੀ ਦੇ ਤਰਕ ਮੁਤਾਬਕ ਹੀ ਆਪਣਾ ਪ੍ਰਤੀਕਰਮ ਪ੍ਰਗਟਾਉਂਦਾ ਹੈ। ਵੱਖ-ਵੱਖ ਵਰਗਾਂ ਦੇ ਮੂਲ ਅਕੀਦੇ, ਰਵਾਇਤਾਂ ਤੇ ਸਮਾਜੀ ਸੱਭਿਆਚਾਰਕ ਕਦਰਾਂ ਕੀਮਤਾਂ ਅਲੱਗ-ਅਲੱਗ ਹੁੰਦੀਆਂ ਹਨ, ਜਿਸ ਕਰਕੇ ਸੰਘਰਸ਼ ਵਿੱਚ ਸ਼ਾਮਲ ਸਾਰੇ ਵਰਗਾਂ ਦਾ ਨਿਸ਼ਾਨਾ ਭਾਵੇਂ ਜ਼ਾਹਰਾ ਤੌਰ ਤੇ ਇੱਕ ਹੁੰਦਾ ਹੈ, ਪਰ ਇਸ ਨਿਸ਼ਾਨੇ ਬਾਰੇ ਹਰ ਵਰਗ ਦਾ ਨਜ਼ਰੀਆ ਵੱਖ-ਵੱਖ ਹੁੰਦਾ ਹੈ। ਅੱਡ-ਅੱਡ ਵਰਗਾਂ ਵਿਚਕਾਰ ਵਿਚਾਰਧਾਰਾ ਦੀ ਸਾਂਝ ਹੋ ਸਕਦੀ ਹੈ, ਪਰੰਤੂ ਵਿਚਾਰਧਾਰਾ ਦੇ ਪਿੱਛੇ ਹਮੇਸ਼ਾ ਇੱਕ ਸੋਚਣ ਤੇ ਮਹਿਸੂਸ ਕਰਨ ਦਾ ਤੌਰ ਤਰੀਕਾ, ਸੱਭਿਆਚਾਰਕ ਵਿਹਾਰ, ਅਗਿਆਤ ਮੂਲ ਪ੍ਰਵਿਰਤੀਆਂ ਤੇ ਅਗਾਧ ਪ੍ਰੇਰਨਾਵਾਂ ਦਾ ਸਮੂਹ ਹੁੰਦਾ ਹੈ, ਜਿਸ ਕਰਕੇ ਹਰ ਵਰਗ ਦਾ ਲੜਨ ਦਾ ਅੰਦਾਜ਼ ਵਿਲੱਖਣ ਹੁੰਦਾ ਹੈ। ਹਰ ਵਰਗ ਦਾ ਬਿਰਤਾਂਤ ਤੇ ਪ੍ਰਵਚਨ ਵੱਖਰਾ ਤੇ ਵਿਸ਼ੇਸ਼ ਹੁੰਦਾ ਹੈ। ਇਸ ਰੌਸ਼ਨੀ ਵਿੱਚ ਬਸਤੀਵਾਦੀ ਹਾਲਤਾਂ ਹੇਠ ਭਾਰਤ ਦੇ ਤਿੰਨਾਂ ਪ੍ਰਮੁੱਖ ਧਾਰਮਿਕ ਭਾਈਚਾਰਿਆਂ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਅੰਦਰ ਆਈ ਰਾਜਸੀ ਜਾਗਰਤੀ ਦਾ ਤੱਤ ਇੱਕੋ ਜਿਹਾ ਨਹੀਂ ਸੀ। ਇਸ ਵਿੱਚ ਵੱਡੇ ਵਖਰੇਵੇਂ ਸਨ। ਜਿਵੇਂ ਪਿੱਛੇ ਦਰਸਾਇਆ ਗਿਆ ਹੈ, ਬਸਤੀਵਾਦ ਦੇ ਵਿਰੁੱਧ ਸਭ ਤੋਂ ਪਹਿਲਾਂ ਹਿੰਦੂ ਸਮਾਜ ਦੇ ਉੱਚ ਜਾਤੀ ਵਰਗ ਹੀ ਜਾਗਰੂਕ ਤੇ ਲਾਮਬੰਦ ਹੋਏ। ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹਿੰਦੂ ਰਾਜਸੀ ਸਰਗਰਮੀ ਦੀ ਵਾਗਡੋਰ ਉੱਚ ਵਰਗਾਂ ਦੇ ਹੱਥਾਂ ਵਿੱਚ ਹੀ ਰਹੀ। ਇਨ੍ਹਾਂ ਵਰਗਾਂ ਦਾ ਸੁਪਨਾ ਵੈਦਿਕ ਯੁੱਗ, ਜਿਸ ਨੂੰ ਉਹ ਸੁਨਹਿਰੀ ਯੁੱਗ ਕਹਿੰਦੇ ਸਮਝਦੇ ਹਨ, ਨੂੰ ਮੁੜ ਸਥਾਪਿਤ ਕਰਨਾ ਸੀ। ਇਸ ਕਰਕੇ ਹਿੰਦੂ ਉੱਚ ਵਰਗਾਂ ਦੀ ਅਗਵਾਈ ਹੇਠਲੀ ਹਰ ਵੰਨਗੀ ਦੀ ਰਾਜਸੀ ਧਾਰਾ, ਉਹ ਉਦਾਰਪੰਥੀ ਸੀ ਜਾਂ ਗਰਮਪੰਥੀ ਸੀ, ਅਹਿੰਸਕ ਸੀ ਜਾਂ ਹਿੰਸਕ ਸੀ, ਦਾ ਮੂਲ ਖਾਸਾ ਹਿੰਦੂ ਪੁਨਰ ਉਥਾਨ ਸੀ। ਦੇਸ਼ ਦੀ ਆਜ਼ਾਦੀ ਬਾਰੇ ਇਨ੍ਹਾਂ ਵਰਗਾਂ ਦਾ ਨਜ਼ਰੀਆ ਸੌੜਾ ਤੇ ਸਵੈ ਹਿੱਤਾਂ ਤੋਂ ਪ੍ਰੇਰਿਤ ਸੀ। ਜਿਵੇਂ ਇਨ੍ਹਾਂ ਵਰਗਾਂ ਨੇ ਰਵਾਇਤੀ ਸਮਾਜ ਅੰਦਰ ਹਜ਼ਾਰਾਂ ਸਾਲਾਂ ਤੱਕ ਆਪਣੀ ਸਰਬ ਪ੍ਰਧਾਨਤਾ ਬਣਾਈ ਰੱਖੀ ਸੀ, ਉਵੇਂ ਹੀ ਇਨ੍ਹਾਂ ਅੰਦਰ ਨਵੇਂ ਸਮਾਜ ਵਿੱਚ ਵੀ ਆਪਣੀ ਰਵਾਇਤੀ ਚੌਧਰ ਤੇ ਸਰਬ ਪ੍ਰਧਾਨਤਾ ਬਰਕਰਾਰ ਰੱਖਣ ਦੀ ਜਨਮ ਜਾਤ ਤਮੰਨਾ ਤੇ ਅਮੋੜ ਰੁਚੀ ਕੰਮ ਕਰਦੀ ਸੀ ਹੈ। ਇਨ੍ਹਾਂ ਨੇ ਆਧੁਨਿਕ ਵਿਦਿਆ ਕਰਕੇ ਅਤੇ ਨਵੇਂ ਯੁੱਗ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਆਪਣਾ ਮੁਹਾਵਰਾ ਜ਼ਰੂਰ ਬਦਲ ਲਿਆ ਸੀ, ਪਰ ਮੂਲ ਵਿਚਾਰਧਾਰਾ ਤੇ ਬਿਰਤੀ ਨਹੀਂ ਬਦਲੀ ਸੀ। ਮੁੱਢ ਤੋਂ ਹੀ ਇਨ੍ਹਾਂ ਵਰਗਾਂ ਅੰਦਰ ਆਜ਼ਾਦੀ ਦੇ ਅੰਦੋਲਨ ਨੂੰ ਆਪਣੇ ਹਿੱਤਾਂ ਅਨੁਸਾਰ ਚਲਾਉਣ ਦੀ ਤੰਗ ਨਜ਼ਰ ਸੋਚ ਤੇ ਆਪ ਹੁਦਰੀ ਰੁਚੀ ਕੰਮ ਕਰਦੀ ਸੀ। ਇਹ ਦੂਸਰੇ ਵਰਗਾਂ ਨੂੰ ਅੰਦੋਲਨ ਅੰਦਰ ਸ਼ਾਮਲ ਕਰਨ ਦੀ ਇੱਛਾ ਜ਼ਰੂਰ ਰੱਖਦੇ ਸਨ, ਪਰ ਇਹ ਇੱਛਾ ਨਿਰਛਲ ਤੇ ਜਮਹੂਰੀ ਸਪਿਰਟ ਵਾਲੀ ਨਹੀਂ ਸੀ। ਇਹ ਉਹਨਾਂ ਨੂੰ ਬਰਾਬਰੀ ਦਾ ਦਰਜਾ ਦੇਣ ਦੀ ਕਤਾਚਿਦ ਰਾਜ਼ੀ ਨਹੀਂ ਸਨ। ਆਪਣੀ ਬ੍ਰਾਹਮਣਵਾਦੀ ਖਸਲਤ ਅਨੁਸਾਰ ਇਹ ਉਹਨਾਂ ਨੂੰ ਆਪਣੇ ਨਾਇਬ ਬਣਾ ਕੇ ਰੱਖਣਾ ਚਾਹੁੰਦੇ ਸਨ। ਇਹ ਗਲਬਾ ਪਾਊ ਰੁਚੀ ਦਾ ਪ੍ਰਗਟਾਵਾ ਉਗਣਵੇਂ ਰੂਪ ਵਿੱਚ ਹੁੰਦਾ ਰਿਹਾ। ਇਸ ਨਾਲ ਘੱਟ ਗਿਣਤੀ ਭਾਈਚਾਰਿਆਂ ਦੇ ਮਨਾਂ ਅੰਦਰ ਹਿੰਦੂ ਆਗੂਆਂ ਦੀ ਸੋਚ ਤੇ ਮਨਸ਼ਾ ਬਾਰੇ ਸ਼ੰਕੇ ਤੇ ਤੌਖਲੇ ਪੈਦਾ ਹੁੰਦੇ ਰਹੇ। ਉਹਨਾਂ ਅੰਦਰ ਅਸੁਰੱਖਿਆ ਦਾ ਭਾਵ ਜ਼ੋਰ ਫੜਦਾ ਗਿਆ, ਜਿਸ ਦੇ ਨਤੀਜੇ ਵਜੋਂ ਇੱਕ ਪੜਾਅ ਤੇ ਜਾ ਕੇ ਮੁਸਲਮਾਨਾਂ ਨੇ
ਆਪਣਾ ਵੱਖਰਾ ਤੇ ਸੁਤੰਤਰ ਵਹਿਣ ਅਖਤਿਆਰ ਕਰ ਲਿਆ। ਇਸ ਅਸੁਰੱਖਿਅਤ ਦੇ ਭਾਵ ਅਧੀਨ ਹੀ ਮੁਸਲਮਾਨ ਭਾਈਚਾਰੇ ਦੇ ਕੁਲੀਨ ਵਰਗਾਂ ਨੇ ਬਸਤੀਵਾਦੀ ਰਾਜ ਨਾਲ ਟਕਰਾਅ ਦੀ ਬਜਾਏ ਮਿਲਵਰਤਨ ਦੀ ਨੀਤੀ ਉੱਤੇ ਚੱਲਣ ਦਾ ਰੁਖ ਅਪਣਾ ਲਿਆ ਸੀ। ਭਾਵੇਂ ਕਿ ਹਿੰਦੂ ਕੁਲੀਨ ਵਰਗ ਆਪ ਵੀ ਪੂਰੇ 100 ਸਾਲ ਤੱਕ ਬਸਤੀਵਾਦੀ ਰਾਜ ਦੇ ਭਾਈਵਾਲ ਬਣੇ ਰਹੇ ਸਨ ਅਤੇ ਆਜ਼ਾਦੀ ਦੇ ਅੰਦੋਲਨ ਦੇ ਦੌਰਾਨ ਵੀ ਉਹ ਆਪਣੇ ਹਿੱਤਾਂ ਦੀ ਪੂਰਤੀ ਦੀ ਲੋੜ ਪੈਣ ਤੇ ਬਸਤੀਵਾਦੀ ਰਾਜ ਨਾਲ ਮਿਲਵਰਤਨ ਕਰਨ ਤੋਂ ਗੁਰੇਜ਼ ਨਹੀਂ ਕਰਦੇ ਸਨ, ਪਰ ਉਹਨਾਂ ਦੇ ਰਾਸ਼ਟਰਵਾਦੀ ਬਿਰਤਾਂਤ ਅੰਦਰ ਗੈਰ ਹਿੰਦੂ ਅਤੇ ਹਿੰਦੂ ਸਮਾਜ ਦੇ ਲਤਾੜੇ ਵਰਗਾਂ ਦਾ ਬਸਤੀਵਾਦੀ ਰਾਜ ਨਾਲ ਮਿਲਵਰਤਨ ਘੋਰ ਰਾਜਸੀ ਅਪਰਾਧ ਬਣ ਗਿਆ ਸੀ। ਉਹਨਾਂ ਨੇ ਇਸ ਉੱਤੇ ਗਦਾਰੀ ਦਾ ਠੱਪਾ ਲਾ ਕੇ ਇਹਨਾਂ ਵਰਗਾਂ ਨੂੰ ਰਾਜਸੀ ਤੌਰ ਤੇ ਬਦਨਾਮ ਕਰਨ ਦੀ ਮੁਹਿੰਮ ਚਲਾਈ। ਉੱਚ ਜਾਤੀ ਹਿੰਦੂ ਵਰਗਾਂ ਦਾ ਆਜ਼ਾਦੀ ਦਾ ਸੌੜਾ ਤੇ ਸਵੈ ਕੇਂਦਰਿਤ ਸੰਕਲਪ ਭਾਰਤੀ ਸਮਾਜ ਦੇ ਦੱਬੇ ਕੁਚਲੇ ਵਰਗਾਂ ਅੰਦਰ ਉਤਸ਼ਾਹ ਪੈਦਾ ਨਹੀਂ ਕਰ ਸਕਦਾ ਸੀ। ਸਦੀਆਂ ਤੋਂ ਅਖੌਤੀ ਉੱਚ ਜਾਤੀਆਂ ਹੱਥੋਂ ਸਮਾਜਿਕ ਵਿਤਕਰੇ ਤੇ ਜ਼ੁਲਮਾਂ ਦੇ ਸ਼ਿਕਾਰ ਹੋ ਰਹੇ ਇਹਨਾਂ ਮਜ਼ਲੂਮ ਵਰਗਾਂ ਦੇ ਮਨਾਂ ਅੰਦਰ ਉੱਚ ਜਾਤੀ ਹਿੰਦੂ ਵਰਗਾਂ ਦੀ ਜਾਗ੍ਰਿਤੀ ਤੇ ਲਾਮਬੰਦੀ ਤੋਂ ਫਿਕਰ ਤੇ ਡਰ ਪੈਦਾ ਹੋਣਾ ਸੁਭਾਵਿਕ ਸੀ। ਇਸ ਕਰਕੇ ਮੁਸਲਮਾਨਾਂ ਵਾਂਗੂ ਦਲਿਤ ਵਰਗਾਂ ਨੇ ਵੀ ਹਿੰਦੂ ਸਵਰਨ ਜਾਤੀਆਂ ਦੀ ਅਗਵਾਈ ਹੇਠਲੇ ਆਜ਼ਾਦੀ ਦੇ ਸੰਗਰਾਮ ਤੋਂ ਮੂੰਹ ਮੋੜੀ ਰੱਖਿਆ। ਡਾਕਟਰ ਭੀਮ ਰਾਓ ਅੰਬੇਦਕਰ ਦਲਿਤ ਵਰਗਾਂ ਦਾ ਪ੍ਰਭਾਵਸ਼ਾਲੀ ਵਿਚਾਰਵਾਨ, ਸਿਧਾਂਤਕ ਤਰਜਮਾਨ, ਪ੍ਰੇਰਨਾਮਈ ਰਹਿਬਰ ਤੇ ਪ੍ਰਬੀਨ ਪ੍ਰਤੀਨਿਧ ਬਣ ਕੇ ਉੱਭਰਿਆ। ਉਸ ਨੇ ਮਾਨਵਵਾਦੀ ਨੁਕਤਾ ਨਜ਼ਰ ਤੋਂ ਬ੍ਰਾਹਮਣਵਾਦੀ ਮਤ ਦਾ ਭਰਵਾਂ ਖੰਡਨ ਕਰਨ ਦੇ ਨਾਲ ਨਾਲ ਬ੍ਰਾਹਮਣਵਾਦੀ ਫਲਸਫੇ ਤੋਂ ਪ੍ਰੇਰਿਤ ਹਿੰਦੂ ਰਾਜਨੀਤੀ ਦਾ ਮਾਨਵਤਾ ਵਿਰੋਧੀ ਖਾਸਾ ਬੇਪਰਦ ਕੀਤਾ। ਹਿੰਦੂ ਉੱਚ ਜਾਤੀਆਂ ਦੀ ਵੱਧ ਰਹੀ ਰਾਜਸੀ ਤੇ ਜਥੇਬੰਦਕ ਤਾਕਤ ਦੇ ਸਨਮੁਖ ਦਲਿਤ ਵਰਗਾਂ ਨੇ ਵੀ ਮੁਸਲਮਾਨਾਂ ਵਾਂਗੂ ਆਪਣੀ ਸੁਰੱਖਿਆ ਤੇ ਬਿਹਤਰੀ ਲਈ ਬਸਤੀਵਾਦੀ ਰਾਜ ਦਾ ਓਟ ਆਸਰਾ ਲੈਣ ਦੀ ਵਿਹਾਰਕ ਪਹੁੰਚ ਅਪਣਾਈ, ਜਿਸ ਉੱਤੇ ਹਿੰਦੂ ਰਾਸ਼ਟਰਵਾਦੀ ਆਗੂਆਂ ਨੇ ਡਾਕਟਰ ਅੰਬੇਦਕਰ ਦੇ ਵਿਰੁੱਧ ਆਪਣੇ ਜਾਤ ਅਭਿਮਾਨੀ ਤਵਸਬਾਂ ਦਾ ਕਰੂਪ ਪ੍ਰਗਟਾਵਾ ਕੀਤਾ ਅਤੇ ਉਸ ਨੂੰ ਬਰਤਾਨਵੀ ਸਾਮਰਾਜ ਦਾ ਪਿੱਠੂ ਤੇ ਦੇਸ਼ ਧਰੋਹੀ ਕਹਿ ਕੇ ਉਸ ਦਾ ਰਾਖਸ਼ੀ ਚਿਤਰਣ ਕੀਤਾ। ਇੱਥੇ ਇਹ ਸਚਾਈ ਗ੍ਰਹਿਣ ਕਰਨੀ ਬੇਹੱਦ ਮਹੱਤਵਪੂਰਨ ਹੈ ਕਿ ਭਾਰਤੀ ਸਮਾਜ ਇੱਕ ਜਿਨਸੀ ਨਹੀਂ ਹੈ। ਇਸ ਦੀ ਬਣਤਰ ਬਹੁਵਾਦੀ ਤੇ ਗੁੰਝਲਦਾਰ ਹੈ। ਇਹ ਭਿੰਨ-ਭਿੰਨ ਸਮਾਜਿਕ, ਆਰਥਿਕ, ਧਾਰਮਿਕ ਤੇ ਸੱਭਿਆਚਾਰਕ ਵਰਗਾਂ ਵਿੱਚ ਵੰਡਿਆ ਹੋਇਆ ਹੈ, ਜਿਨ੍ਹਾਂ ਵਿਚਕਾਰ ਆਪਸੀ ਰਿਸ਼ਤੇ ਸਾਵੇਂ ਬਰਾਬਰੀ ਵਾਲੇ ਅਤੇ ਨਿਆਂ ਤੇ ਆਧਾਰਿਤ ਨਹੀਂ ਹਨ। ਇਹ ਰਿਸ਼ਤੇ ਅਣਸਾਵੇਂ, ਅਨਿਆਂਪੂਰਨ ਤੇ ਗੁੰਝਲਦਾਰ ਹਨ। ਅਜਿਹੇ ਬਹੁਵਾਦੀ ਤੇ ਅਨਿਆਂਪੂਰਨ ਸਮਾਜ ਅੰਦਰ ਕਿਸੇ ਵੀ ਅਹਿਮ ਸਮਾਜੀ ਰਾਜਸੀ ਮਸਲੇ ਬਾਰੇ ਨੀਤੀ ਤੈਅ ਕਰਨ ਵੇਲੇ ਇਸ ਨਿਆਂਪੂਰਨ ਅਸੂਲ ਦੀ ਪਾਲਣਾ ਕਰਨੀ ਚਾਹੀਦੀ ਹੈ ਕਿ ਕਿਸੇ ਇੱਕ ਵਰਗ ਦੀ ਪਸੰਦ ਨੂੰ ਕਿਸੇ ਦੂਸਰੇ ਵਰਗ ਜਾਂ ਵਰਗਾਂ ਉੱਤੇ ਠੋਸਿਆ ਨਹੀਂ ਜਾਣਾ ਚਾਹੀਦਾ। ਹਰ ਵਰਗ ਨੂੰ ਆਪਣੀ ਵਿਸ਼ੇਸ਼ ਹੈਸੀਅਤ, ਹਿੱਤਾਂ ਤੇ ਲੋੜਾਂ ਦੇ ਅਨੁਸਾਰ ਆਪਣੀ ਨੀਤੀ ਤੈਅ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਹਿੰਦੂ ਉੱਚ ਜਾਤੀਆਂ ਨੇ ਲੋੜ ਪੈਣ ਤੇ ਆਪਣੇ ਲਈ ਤਾਂ ਇਸ ਆਜ਼ਾਦੀ ਦੀ ਬੇਰੋਕ ਵਰਤੋਂ ਕੀਤੀ। ਉਹਨਾਂ ਨੂੰ ਜਦੋਂ ਬਸਤੀਵਾਦੀ ਰਾਜ ਨਾਲ ਭਿਆਲੀ ਪਾਉਣ ਵਿੱਚ ਫਾਇਦਾ ਦਿਖਿਆ ਤਾਂ ਉਹਨਾਂ ਨੇ ਬਸਤੀਵਾਦੀ ਹਾਕਮਾਂ ਨਾਲ ਭਿਆਲੀ ਪਾਉਣ ਤੋਂ ਸੰਕੋਚ ਨਹੀਂ ਕੀਤਾ ਅਤੇ ਇਸ ਭਿਆਲੀ ਦੇ ਆਸਰੇ ਆਪਣੀ ਆਰਥਿਕ ਤੇ ਰਾਜਸੀ ਤਾਕਤ ਵਿੱਚ ਇਜ਼ਾਫਾ ਕੀਤਾ। ਪਰ ਜਦੋਂ ਬਦਲਵੀਆਂ ਹਾਲਤਾਂ ਵਿੱਚ ਉਹਨਾਂ ਅੰਦਰ ਬਸਤੀਵਾਦੀ ਰਾਜ ਨੂੰ ਹਟਾ ਕੇ ਆਪਣਾ ਰਾਜ ਕਾਇਮ ਕਰਨ ਦੀ ਤਲਬ ਪੈਦਾ ਹੋ ਗਈ ਤਾਂ ਉਸ ਵੇਲੇ ਕਿਸੇ ਦੂਸਰੇ ਵਰਗ ਵੱਲੋਂ ਬਸਤੀਵਾਦੀ ਰਾਜ ਨਾਲ ਮਿਲਵਰਤਨ ਕਰਨ ਦਾ ਕਰਮ ਉਹਨਾਂ ਨੂੰ ਘੋਰ ਰਾਜਸੀ ਅਪਰਾਧ ਦਿਖਣ ਲੱਗ ਪਿਆ। ਜਿਹੜੇ ਮਾਂ ਉਹਨਾਂ ਨੂੰ ਆਪ ਲੰਬਾ ਚਿਰ ਮੁਆਫਕ ਰਹੇ, ਉਹ ਦੂਸਰਿਆਂ ਵਾਸਤੇ ਬਾਦੀ ਬਣ ਗਏ। ਜਗਤ ਪ੍ਰਸਿੱਧ ਬ੍ਰਾਜ਼ੀਲੀ ਸਿੱਖਿਆ ਸ਼ਾਸਤਰੀ ਪਾਓਲੋ ਫਰੇਰੇ ਨੇ ਇਸ ਪਹੁੰਚ ਨੂੰ ਹਾਕਮ ਤੇ ਮਹਿਕੂਮ ਵਿਚਕਾਰ ਅਸਾਵੇਂ ਰਿਸ਼ਤੇ ਦਾ ਬੁਨਿਆਦੀ ਅੰਸ਼ ਦੱਸਿਆ ਹੈ। ਉਸ ਨੇ ਇਸ ਨੂੰ ਨਿਰਦੇਸ਼ ਦੇਣ ਦੀ ਕਿਰਿਆ ਕਿਹਾ ਹੈ। ਤਾਕਤਵਰ ਜਾਂ ਹਾਕਮ ਵਰਗ ਵੱਲੋਂ ਮਹਿਕੂਮ ਵਰਗਾਂ ਨੂੰ ਨਿਰਦੇਸ਼ ਦੇਣ ਦੀ ਕਿਰਿਆ ਦੇ ਵਾਰ-ਵਾਰ ਦੁਹਰਾਉਣ ਨਾਲ ਮਹਿਕੂਮ ਵਰਗਾਂ ਦੀ ਚੇਤਨਾ ਦਾ ਇਸ ਤਰ੍ਹਾਂ ਕਾਇਆਕਲਪ ਹੋ ਜਾਂਦਾ ਹੈ ਕਿ ਉਹ ਹਾਕਮ ਵਰਗ ਦੀ ਚੇਤਨਾ ਦੇ ਧਾਰਨੀ ਬਣ ਜਾਂਦੇ ਹਨ। ਉਹ ਸਵੈ ਇੱਛਾ ਨਾਲ ਹੀ ਹਾਕਮ ਵਰਗ ਦੀਆਂ ਕਾਰਜ ਸਿੱਧਾਂ ਦੀ ਤਾਮੀਲ ਕਰਨ ਲੱਗ ਪੈਂਦੇ ਹਨ।
ਸਿੱਖ ਕੌਮ ਦੀ ਤਤਕਾਲੀ ਰਾਜਸੀ ਦਸ਼ਾ। ਖਾਲਸਾ ਰਾਜ ਦੇ ਖੁੱਸ ਜਾਣ ਨਾਲ ਸਿੱਖ ਕੌਮ ਅੰਦਰ ਦਿਲਗੀਰੀ ਆ ਗਈ ਸੀ। ਸਿੱਖ ਰਾਜ ਮੁੜ ਸਥਾਪਿਤ ਕਰਨ ਦੀਆਂ ਟੁੱਟਵੀਆਂ ਖਿੰਡਵੀਆਂ ਕੋਸ਼ਿਸ਼ਾਂ ਨਾਕਾਮ ਹੋ ਜਾਣ ਉਪਰੰਤ ਸਿੱਖਾਂ ਦੇ ਹੌਸਲੇ ਪਸਤ ਹੋ ਗਏ ਸਨ। ਇਸ ਦਿਲਗੀਰੀ ਦੀ ਮਨੋ ਅਵਸਥਾ ਵਿੱਚ ਸਿੱਖ ਸਮਾਜ ਦੇ ਰਈਸ ਵਰਗ ਅੰਦਰ ਅੰਗਰੇਜ਼ਾਂ ਹਾਕਮਾਂ ਨਾਲ ਸੁਲ੍ਹਾ ਸਫਾਈ ਦਾ ਵਤੀਰਾ ਧਾਰਨ ਕਰਨ ਦੀ ਸੋਚ ਤੇ ਪ੍ਰਵਿਰਤੀ ਜ਼ੋਰ ਫੜ ਗਈ ਸੀ। ਹੋਰਨਾਂ ਧਾਰਮਿਕ ਭਾਈਚਾਰਿਆਂ ਦੇ ਰਈਸ ਵਰਗਾਂ ਵਾਂਗੂ ਸਿੱਖ ਰਾਈਸਾਂ ਨੇ ਵੀ ਕੌਮ ਨੂੰ ਅਧੋਗਤੀ ਤੋਂ ਬਚਾਉਣ ਦੇ ਉਦੇਸ਼ ਤੇ ਦਲੀਲ ਨਾਲ ਬਸਤੀਵਾਦੀ ਰਾਜ ਨਾਲ ਟਕਰਾਅ ਦੀ ਬਜਾਏ ਮਿਲਵਰਤਣ ਦੀ ਸੁਚੇਤ ਨੀਤੀ ਧਾਰਨ ਕਰ ਲਈ ਸੀ। ਅੰਗਰੇਜ਼ ਹਾਕਮਾਂ ਨੂੰ ਵੀ ਆਪਣੇ ਬਸਤੀਵਾਦੀ ਰਾਜ ਦੀ ਸੁਰੱਖਿਆ ਲਈ ਸਿੱਖਾਂ ਦੇ ਮਿਲਵਰਤਣ ਦੀ ਭਾਰੀ ਲੋੜ ਸੀ। ਇਸ ਕਰਕੇ ਉਹਨਾਂ ਨੇ ਸਿੱਖ ਕੌਮ ਦੇ ਕੁਲੀਨ ਵਰਗਾਂ ਨੂੰ ਆਪਣੀ ਮਿਹਰਬਾਨੀ ਦੇ ਪਾਤਰ ਬਣਾਉਣ ਅਤੇ ਸਿੱਖ ਸਮਾਜ ਦੇ ਕੁਝ ਚੋਣਵੇਂ ਵਰਗਾਂ, ਖਾਸ ਤੌਰ ਤੇ ਜੱਟ ਕਿਰਸਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਦੀ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ। ਇਸ ਨਾਲ ਯਕੀਨਨ ਹੀ ਹਿੰਦੂਆਂ ਤੇ ਮੁਸਲਮਾਨਾਂ ਵਾਂਗੂ ਹੀ ਸਿੱਖਾਂ ਅੰਦਰ ਵੀ ਬਸਤੀਵਾਦੀ ਰਾਜ ਦਾ ਇੱਕ ਖੈਰ ਖੁਆਹ ਜਾਂ ਝੋਲੀ ਚੁੱਕ ਵਰਗ ਪੈਦਾ ਹੋ ਗਿਆ ਸੀ। ਪਰ ਦੂਜੇ ਪਾਸੇ ਨਾਲ ਹੀ ਅੰਗਰੇਜ਼ ਹਾਕਮ ਦੀ ਮਦਦ ਤੇ ਸਰਪ੍ਰਸਤੀ ਦੇ ਫਲਸਰੂਪ ਸਿੱਖਾਂ ਦੀ ਆਰਥਿਕ ਤੇ ਵਿਦਿਅਕ ਤਰੱਕੀ ਦਾ ਰਾਹ ਖੁੱਲ੍ਹ ਗਿਆ ਸੀ। ਇਸ ਨਾਲ ਸਿੱਖਾਂ ਨੂੰ ਤਤਕਾਲੀ ਲਾਭਾਂ ਤੋਂ ਇਲਾਵਾ ਕੁਝ ਦੂਰ ਰਸ ਫਾਇਦੇ ਵੀ ਹੋਏ। ਉਹਨਾਂ ਦੀ ਆਰਥਿਕ ਹਾਲਤ ਬਿਹਤਰ ਹੋਈ ਅਤੇ ਇੱਜ਼ਤ ਮਾਣ ਵਿੱਚ ਵੀ ਵਾਧਾ ਹੋਇਆ। ਅੰਗਰੇਜ਼ਾਂ ਦੀਆਂ ਸਿੱਖਾਂ ਨਾਲ ਹੋਈਆਂ ਜੰਗਾਂ ਵਿੱਚ ਸਿੱਖ ਜਿਸ ਅਦੁੱਤੀ ਬਹਾਦਰੀ ਨਾਲ ਲੜੇ ਸਨ, ਜਿੱਤ ਜਾਣ ਦੇ ਬਾਵਜੂਦ ਅੰਗਰੇਜ਼ ਹਾਕਮ ਸਿੱਖਾਂ ਦੀ ਇਸ ਬਹਾਦਰੀ ਤੋਂ ਬਹੁਤ ਕਾਇਲ ਹੋਏ ਸਨ। ਉਹਨਾਂ ਨੇ ਇਸ ਬਹਾਦਰੀ ਦੇ ਆਤਮਿਕ ਸੋਮੇ ਦੀ ਪਛਾਣ ਕਰ ਲਈ ਸੀ। ਉਹ ਜਾਣ ਗਏ ਸਨ ਕਿ ਸਿੱਖਾਂ ਦੀ ਆਪਣੇ ਗੁਰੂ ਸਾਹਿਬਾਨ ਨਾਲ ਪ੍ਰੀਤ ਕਿੰਨੀ ਗੂੜ੍ਹੀ ਤੇ ਅਟੁੱਟ ਹੈ ਅਤੇ ਸਿੱਖਾਂ ਦਾ ਆਪਣੇ ਗੁਰੂ ਵਿੱਚ ਭਰੋਸਾ ਇੰਨਾ ਅਡੋਲ ਹੈ ਕਿ ਉਹ ਦੁੱਖ ਸੁੱਖ ਦੀ ਹਰ ਘੜੀ ਵਿੱਚ ਗੁਰੂ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਦੇ ਹਨ। ਇਸ ਨਾਲ ਉਹਨਾਂ ਅੰਦਰ ਮੁਸੀਬਤਾਂ ਦਾ ਖਿੜੇ ਮੱਥੇ ਟਾਕਰਾ ਕਰਨ ਦੀ ਆਤਮਿਕ ਸ਼ਕਤੀ ਪੈਦਾ ਹੋ ਜਾਂਦੀ ਹੈ। ਸਿੱਖ ਜਦੋਂ ਇਸ ਸਪਿਰਟ ਨਾਲ ਜੰਗ ਦੇ ਮੈਦਾਨ ਵਿੱਚ ਨਿੱਤਰਦੇ ਹਨ ਤਾਂ ਉਹਨਾਂ ਅੰਦਰ ਜੂਝ ਮਰਨ ਦਾ ਅਗੰਮੀ ਚਾਅ ਤੇ ਜੋਸ਼ ਉਮੜ ਪੈਂਦਾ ਹੈ। ਇਸ ਸਮਝ ਦੇ ਅਧੀਨ ਅੰਗਰੇਜ਼ਾਂ ਨੇ ਫੌਜ ਅੰਦਰ ਜਿੱਥੇ ਸਿੱਖਾਂ ਦੇ ਮਨਾਂ ਅੰਦਰ ਰਾਜ ਪ੍ਰਤੀ ਵਫਾਦਾਰੀ ਦਾ ਜਜ਼ਬਾ ਭਰਨ ਦੇ ਪੁਰਜ਼ੋਰ ਯਤਨ ਕੀਤੇ, ਉੱਥੇ ਨਾਲ ਹੀ ਸਿੱਖਾਂ ਦੇ ਧਾਰਮਿਕ ਵਿਸ਼ਵਾਸਾਂ ਤੇ ਜਜ਼ਬਾਤ ਨੂੰ ਦ੍ਰਿੜ ਕਰਨ ਵੱਲ ਉਚੇਚਾ ਧਿਆਨ ਦਿੱਤਾ। ਇਸ ਮੰਤਵ ਵਾਸਤੇ ਉਹਨਾਂ ਨੇ ਫੌਜ ਅੰਦਰ ਸਿੱਖਾਂ ਵਾਸਤੇ ਗੁਰਮਤ ਮਰਜ਼ਾਦਾ ਤੇ ਧਾਰਨੀ ਹੋਣਾ ਜ਼ਰੂਰੀ ਕਰ ਦਿੱਤਾ। ਅੰਗਰੇਜ਼ਾਂ ਵੱਲੋਂ ਆਪਣੀ ਸਵਾਰਥ ਪੂਰਤੀ ਦੇ ਮੰਤਵ ਨਾਲ ਚੁੱਕਿਆ ਗਿਆ ਇਹ ਕਦਮ ਅੰਤਮ ਨਿਰਣੇ ਦੇ ਤੌਰ ਤੇ ਸਿੱਖ ਧਰਮ ਦੇ ਵਿਕਾਸ ਵਿੱਚ ਬੇਹੱਦ ਸਹਾਈ ਸਾਬਤ ਹੋਇਆ। ਜਿਵੇਂ ਕਿ ਪਿੱਛੇ ਇਸ ਨੁਕਤੇ ਤੇ ਜ਼ੋਰ ਦਿੱਤਾ ਗਿਆ ਹੈ ਕਿ ਭਾਰਤ ਦੇ ਹਰੇਕ ਵਰਗ ਅੰਦਰ ਆਈ ਰਾਜਸੀ ਜਾਗਰਤੀ ਦਾ ਖਾਸਾ ਅਲੱਗ-ਅਲੱਗ ਸੀ। ਸਿੱਖਾਂ ਅੰਦਰ ਆਈ ਜਾਗਰਤੀ ਦੀ ਤਾਸੀਰ ਤੇ ਨੁਹਾਰ ਹੋਰਨਾਂ ਵਰਗਾਂ, ਵਿਸ਼ੇਸ਼ ਕਰਕੇ ਹਿੰਦੂਆਂ ਨਾਲੋਂ ਬਹੁਤ ਹੀ ਭਿੰਨ ਸੀ। ਭਾਵੇਂ ਕਿ ਹਿੰਦੂਆਂ ਵਾਂਗ ਸਿੱਖਾਂ ਦੀ ਰਾਜਸੀ ਜਾਗਰਤੀ ਦਾ ਸੋਮਾ ਵੀ ਧਰਮ ਹੀ ਬਣਿਆ, ਪਰ ਹਿੰਦੂਆਂ ਤੇ ਸਿੱਖਾਂ ਦੀਆਂ ਧਾਰਮਿਕ ਮਾਨਤਾਵਾਂ ਵਿਚਕਾਰ ਜ਼ਮੀਨ ਅਸਮਾਨ ਦਾ ਫਰਕ ਹੋਣ ਕਰਕੇ ਸਿੱਖਾਂ ਦੀ ਰਾਜਸੀ ਜਾਗਰਤੀ ਦਾ ਖਾਸਾ ਹਿੰਦੂਆਂ ਨਾਲੋਂ ਬਹੁਤ ਵੱਖਰਾ ਸੀ। ਹਿੰਦੂ ਧਰਮ ਅੰਦਰ ਧਰਮ ਦੇ ਬੁਨਿਆਦੀ ਅੰਸ਼ ਪਰਉਪਕਾਰ ਦੀ ਭਾਵਨਾ ਦੀ ਬੁਨਿਆਦ ਬਹੁਤ ਕੱਚੀ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਹਿੰਦੂ ਸਮਾਜ ਅੰਦਰ ਜਾਤ ਪਾਤ ਦਾ ਕੋੜ ਪੈਦਾ ਤੇ ਪ੍ਰਫੁੱਲਤ ਨਹੀਂ ਹੋ ਸਕਦਾ ਸੀ। ਇਹ ਹਜ਼ਾਰਾਂ ਸਾਲਾਂ ਤੱਕ ਕਾਇਮ ਨਹੀਂ ਰਹਿ ਸਕਦਾ ਸੀ। ਇਸ ਕਾਰਨ ਕਰਕੇ ਹਿੰਦੂ ਰਾਜਨੀਤੀ ਅੰਦਰ ਸਵਾਰਥ ਦਾ ਅੰਸ਼ ਭਾਰੂ ਹੈਸੀਅਤ ਰੱਖਦਾ ਹੈ। ਸੱਤਾ ਲਈ ਸੰਘਰਸ਼ ਬ੍ਰਾਹਮਣਵਾਦ ਦਾ ਕੇਂਦਰੀ ਤੱਤ ਹੈ। ਇਸ ਦੀ ਤੁਲਨਾ ਵਿੱਚ ਪਰਉਪਕਾਰ ਦੀ ਭਾਵਨਾ ਸਿੱਖ ਧਰਮ ਦਾ ਅਤਿ ਜ਼ਰੂਰੀ ਅੰਸ਼ ਹੈ। ਸਿੱਖ ਧਰਮ ਨੂੰ ਇਸ ਤੋਂ ਬਿਨਾਂ ਚਿਤਵਿਆ ਨਹੀਂ ਜਾ ਸਕਦਾ। ਸਿੱਖ ਧਰਮ ਦੇ ਇਸ ਗੁਣ ਤੱਤ ਕਰਕੇ ਹੀ ਬਸਤੀਵਾਦ ਵਿਰੋਧੀ ਸੰਘਰਸ਼ ਦੌਰਾਨ ਸਿੱਖਾਂ ਨੇ ਭਾਰਤੀ ਵਸੋਂ ਅੰਦਰ ਆਪਣੀ ਸੰਖਿਆ ਦੇ ਅਨੁਪਾਤ ਨਾਲੋਂ ਕਈ ਗੁਣਾ ਵੱਧ ਕੁਰਬਾਨੀਆਂ ਕੀਤੀਆਂ ਹਨ। ਗਦਰ ਲਹਿਰ ਅੰਦਰ ਸਿੱਖੀ ਦਾ ਇਹ ਗੁਣ ਤੱਤ ਸੰਘਣੇ ਤੇ ਲਿਸ਼ਕਵੇਂ ਰੂਪ ਵਿੱਚ ਪ੍ਰਗਟ ਹੋਇਆ ਸੀ। 19ਵੀਂ ਸਦੀ ਦੇ ਆਖਰੀ ਦਹਾਕਿਆਂ ਅੰਦਰ
ਜਦੋਂ ਹਿੰਦੂ ਸਵਰਨ ਵਰਗ ਸਨਾਤਨੀ ਧਰਮ ਦੀ ਪੁਰਾਤਨ ਚੜ੍ਹਤਲ ਬਹਾਲ ਕਰਨ ਦੇ ਮੰਤਵ ਨਾਲ ਵੈਦਿਕ ਸ਼ਾਨਵਵਾਦ ਦਾ ਜਜ਼ਬਾ ਭੜਕਾ ਰਹੇ ਅਤੇ ਇਸ ਆਧਾਰ ਉੱਤੇ ਹਿੰਦੂ ਪ੍ਰਧਾਨੀ ਰਾਸ਼ਟਰਵਾਦ ਦੀ ਤੰਗ ਨਜ਼ਰ ਵਿਚਾਰਧਾਰਾ ਜਥੇਬੰਦੀ ਤੇ ਲਹਿਰ ਖੜੀ ਕਰਨ ਦੇ ਪੁਰਜ਼ੋਰ ਯਤਨ ਕਰ ਰਹੇ ਸਨ, ਤਾਂ ਪੜ੍ਹੇ ਲਿਖੇ ਤੇ ਰੌਸ਼ਨ ਦਿਮਾਗ ਸਿੱਖ ਹਲਕਿਆਂ ਅੰਦਰ ਇਸ ਹਿੰਦੂ ਸ਼ਾਵਨਵਾਦੀ ਹਮਲੇ ਦੇ ਖਤਰੇ ਨਾਲ ਹੀ ਪੱਛਮ ਦੀ ਪਦਾਰਥਵਾਦੀ ਸੱਭਿਅਤਾ ਦੇ ਮਾਰੂ ਅਸਰਾਂ ਤੋਂ ਸਿੱਖ ਧਰਮ ਦੀ ਮੌਲਿਕਤਾ ਤੇ ਸ਼ੁੱਧਤਾ ਨੂੰ ਬਚਾਉਣ ਦਾ ਤਿੱਖਾ ਸਰੋਕਾਰ ਪੈਦਾ ਹੋਇਆ। ਇਸ ਵਿੱਚੋਂ ਸਿੰਘ ਸਭਾ ਲਹਿਰ ਦਾ ਸਰੂਪ ਉੱਭਰਿਆ, ਜਿਸ ਨੇ ਸਿੱਖਾਂ ਅੰਦਰ ਧਰਮ ਪ੍ਰਚਾਰ ਤੇ ਵਿਦਿਆ ਦਾ ਪਾਸਾਰਾ ਕਰਨ ਦਾ ਕਾਰਜ ਆਰੰਭਿਆ। ਇਤਿਹਾਸਕ ਲਿਖਤਾਂ ਵਿੱਚੋਂ ਦਿੱਤੇ ਹੇਠਲੇ ਕੁਝ ਕੁ ਹਵਾਲੇ ਸਿੱਖ ਸਮਾਜ ਅੰਦਰ ਆਏ ਧਾਰਮਿਕ ਤੇ ਰਾਜਸੀ ਬਦਲਾਅ ਦੀ ਹਕੀਕਤ ਬਿਆਨ ਕਰਦੇ ਹਨ। ਸਿੰਘ ਸਭਾ ਲਹਿਰ ਕਾਰਨ ਸਿੱਖ ਉન્નਤੀ ਵੱਲ ਵਧ ਰਹੇ ਸਨ। ਇਸ ਸਮੇਂ ਸਿੱਖਾਂ ਦੀ ਸਰਗਰਮੀ ਧਰਮ ਪ੍ਰਚਾਰ ਤੇ ਵਿਦਿਆ ਵੱਲ ਵਧੇਰੇ ਸੀ। ਸਰਕਾਰ ਨਾਲ ਚੰਗਾ ਮਿਲਵਰਤਨ ਸੀ। ਫੌਜਾਂ ਵਿੱਚ ਵੀ ਸਿੱਖਾਂ ਦੀ ਚੰਗੀ ਪੋਜੀਸ਼ਨ ਸੀ। 15 ਨੰਬਰ ਸਿੱਖ ਪਲਟਨ ਦਾ ਕੀਰਤਨੀ ਜਥਾ ਹੁੰਦਾ ਸੀ, ਜੋ ਸੱਦੇ ਅਨੁਸਾਰ ਸਿੰਘ ਸੰਭਾਵਾਂ ਦੇ ਸਾਲਾਨਾ ਦੀਵਾਨਾਂ ਪਰ ਪਹੁੰਚਦਾ ਤੇ ਕੀਰਤਨ ਕਰਦਾ ਸੀ। ਇਹ ਜਥਾ ਪਲਟਨ ਦੇ ਬਕਾਇਦਾ ਫੌਜੀ ਸਿਪਾਹੀਆਂ ਦਾ ਸੀ ਤੇ ਫੌਜੀ ਅਫਸਰਾਂ ਦੀ ਉਸ ਵੇਲੇ ਦੀ ਨੀਤੀ ਅਨੁਸਾਰ ਹੀ ਧਰਮ ਪ੍ਰਚਾਰ ਵਿੱਚ ਹਿੱਸਾ ਲੈਂਦਾ ਸੀ। ਫੌਜਾਂ ਵਿੱਚ ਹਰ ਇੱਕ ਸਿੱਖ ਨੂੰ ਅੰਮ੍ਰਿਤ ਛਕਣਾ ਰਹਿਤ ਰੱਖਣੀ ਜ਼ਰੂਰੀ ਸੀ ਤੇ ਸਿੱਖ ਫੌਜੀ ਸਿੱਖ ਰੰਗਰੂਟਾਂ ਨੂੰ ਗੁਰਮੁਖੀ ਪੜ੍ਹਾਈ ਜਾਂਦੀ ਸੀ। ਸਿੰਘ ਸਭਾ ਲਹਿਰ ਦੇ ਅਸਰ ਨਾਲ ਸਿੱਖਾਂ ਵਿੱਚ ਕਾਫੀ ਜਾਗਰਤਾ ਆ ਚੁੱਕੀ ਸੀ। ਵਿਦਿਆ ਦਾ ਪ੍ਰਚਾਰ ਤੇਜ਼ ਹੋ ਗਿਆ ਸੀ। ਗੁਰਦੁਆਰਿਆਂ ਵਿੱਚ ਸਤਸੰਗ ਹੋਣ ਲੱਗ ਪਏ ਸਨ ਤੇ ਸਿੰਘਾਂ ਵਿੱਚ ਗੁਰਮਤਿ ਪ੍ਰਚਾਰ ਲਈ ਨਵਾਂ ਉਤਸ਼ਾਹ ਪੈਦਾ ਹੋ ਗਿਆ ਸੀ। ਇਸ ਤੋਂ ਉਪਰੰਤ ਸਿੱਖ ਕੌਮ ਵਿੱਚ ਇੱਕ ਸੰਤ ਸ਼੍ਰੇਣੀ ਪੈਦਾ ਹੋਈ, ਜਿਸ ਦੇ ਮੋਢੀ ਸ੍ਰੀਮਾਨ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ, ਸੰਤ ਅਤਰ ਸਿੰਘ ਜੀ ਮਸਤੂਆਣਾ, ਸੰਤ ਮੱਘਰ ਸਿੰਘ ਜੀ ਰਾਮਗੜ੍ਹ ਲੁਧਿਆਣਾ, ਸੰਤ ਬਾਬਾ ਸ਼ਾਮ ਸਿੰਘ ਜੀ ਅੰਮ੍ਰਿਤਸਰ, ਸੰਤ ਹੀਰਾ ਦਾਸ ਜੀ ਚਿੱਟੀ, ਸੰਤ ਗੁਲਾਬ ਸਿੰਘ ਜੀ ਘੋਲੀਆ ਫਿਰੋਜ਼ਪੁਰ, ਸੰਤ ਅਤਰ ਸਿੰਘ ਜੀ ਰੇਰੂ ਸਾਹਿਬ ਰਾਮਪੁਰ ਪਟਿਆਲਾ, ਸੰਤ ਬਿਸ਼ਨ ਸਿੰਘ ਜੀ ਕਾਂਝਲਾ ਆਦਿਕ ਮਹਾਤਮਾ ਹੋਏ ਹਨ। ਇਨ੍ਹਾਂ ਮਹਾਂਪੁਰਖਾਂ ਨੇ ਸਿੱਖੀ ਪ੍ਰਚਾਰ ਦੀ ਇੱਕ ਜ਼ਬਰਦਸਤ ਲਹਿਰ ਪੈਦਾ ਕਰ ਦਿੱਤੀ, ਜਿਸ ਤੋਂ ਪ੍ਰਭਾਵਿਤ ਹੋ ਕੇ ਸਿੱਖ ਕੌਮ ਨੇ ਗਫਲਤ ਦੀ ਨੀਂਦਰ ਤੋਂ ਪਾਸਾ ਪਰਤਿਆ। ਸਿੱਖਾਂ ਨੂੰ ਧਰਮ ਤੇ ਧਰਮ ਮੰਦਰਾਂ ਦਾ ਸੁਧਾਰ ਕਰਨ ਦੀ ਸੋਝੀ ਆਈ। ਜਿਤਨੇ ਸੰਤ ਹੋਏ ਹਨ ਉਹ ਸਭ ਫੌਜਾਂ ਵਿੱਚੋਂ ਆਏ ਸਨ। ਇਸ ਕਰਕੇ ਸਿੱਖ ਰਾਜ ਖੁੱਸਣ ਕਰਕੇ ਕੌਮ ਵਿੱਚ ਜੋ ਮੁਰਦਹਾਨ ਛਾ ਗਈ ਸੀ ਉਹ ਖਤਮ ਹੋ ਗਈ ਅਤੇ ਸਿੱਖਾਂ ਨੇ ਨਵੇਂ ਸਿਰੇ ਜਥੇਬੰਦ ਹੋਣਾ ਸ਼ੁਰੂ ਕਰ ਦਿੱਤਾ। ਨਵੀਆਂ ਚੱਲੀਆਂ ਲਹਿਰਾਂ ਫੌਜਾਂ 'ਚੋਂ ਆਏ ਸਿੱਖਾਂ ਦੇ ਸਿੱਖੀ ਪਿਆਰ ਅਤੇ ਸੰਤ ਸ਼੍ਰੇਣੀ ਨੇ ਪ੍ਰਚਾਰ ਨੇ ਐਸਾ ਜਜ਼ਬਾ ਪੈਦਾ ਕਰ ਦਿੱਤਾ, ਜਿਸ ਵਿੱਚੋਂ ਅਕਾਲੀ ਲਹਿਰ ਵਰਗੀ ਜ਼ਬਰਦਸਤ ਲਹਿਰ ਪੈਦਾ ਹੋਈ। ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਡੈਂਜ਼ਲ ਇਬਟਸਨ ਨੇ 30 ਅਪ੍ਰੈਲ 1907 ਨੂੰ ਵਾਇਸਰਾਏ ਤੇ ਗਵਰਨਰ ਜਨਰਲ ਆਫ ਇੰਡੀਆ ਨੂੰ ਭੇਜੇ ਲਿਖਤੀ ਨੋਟ ਵਿੱਚ ਪੰਜਾਬ ਦੀ ਤਤਕਾਲੀ ਰਾਜਸੀ ਹਾਲਤ ਬਾਰੇ ਆਪਣਾ ਜਾਇਜ਼ਾ ਇਸ ਤਰ੍ਹਾਂ ਪੇਸ਼ ਕੀਤਾ ਸੀ। ਮੇਰੇ ਖਿਆਲ ਵਿੱਚ ਪੰਜਾਬ ਦੀ ਅਜੋਕੀ ਹਾਲਤ ਪੁੱਜ ਕੇ ਗੰਭੀਰ ਤੇ ਨਹਾਇਤ ਖਤਰਨਾਕ ਹੈ। ਇਸ ਦਾ ਤੁਰੰਤ ਉਪਾਅ ਕੀਤਾ ਜਾਣਾ ਚਾਹੀਦਾ ਹੈ। ਆਪਣੀ ਰਿਪੋਰਟ ਦੇ ਪੈਰਾ ਨੰਬਰ 22 ਵਿੱਚ ਉਸਨੇ ਪੰਜਾਬੀਆਂ ਤੇ ਬੰਗਾਲੀਆਂ ਦੀ ਆਪਸ ਵਿੱਚ ਤੁਲਨਾ ਕਰਦਿਆਂ ਲਿਖਿਆ ਸੀ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੰਗਾਲੀ ਬੰਦੇ ਦੀ ਤੁਲਨਾ ਵਿੱਚ ਪੰਜਾਬੀ ਬੰਦਾ ਘੱਟ ਆਪੋਂ ਬਾਹਰਾ ਹੁੰਦਾ ਹੈ, ਪਰ ਉਹ ਪੂਰਬ ਦੇ ਵਿਚਾਰਾਂ ਤੋਂ ਮੁਕਤ ਨਹੀਂ ਹੈ। ਉਸ ਨੂੰ ਉਕਸਾਉਣਾ ਸ਼ਾਇਦ ਔਖਾ ਹੈ, ਪਰ ਉਹ ਜਜ਼ਬਾਤੀ ਹੈ ਤੇ ਜਦੋਂ ਇੱਕ ਵਾਰ ਉਤੇਜਿਤ ਹੋ ਜਾਂਦਾ ਤਾਂ ਭਬੂਕਾ ਬਣ ਜਾਂਦਾ ਹੈ। ਸਿੱਖਾਂ ਦੇ ਮਸਲੇ ਵਿੱਚ ਖਤਰਾ ਖਾਸ ਕਰਕੇ ਜ਼ਿਆਦਾ ਹੈ। ਅਜੇ 60 ਸਾਲ ਹੀ ਹੋਏ ਹਨ ਜਦੋਂ ਉਹ ਪੰਜਾਬ ਉੱਤੇ ਰਾਜ ਕਰਦੇ ਸਨ। ਉਹ ਸਾਡੀ ਦੇਸੀ ਫੌਜ ਦੀ ਭਰਤੀ ਦਾ ਵੱਡਾ ਤੇ ਮਹੱਤਵਪੂਰਨ ਸੋਮਾ ਹਨ ਅਤੇ ਉਹਨਾਂ ਅੰਦਰ ਹੁਣੇ ਜੇ ਧਾਰਮਿਕ ਲਹਿਰ ਨੇ ਤਕੜਾ ਵਿਕਾਸ ਕੀਤਾ ਹੈ, ਜਿਸ ਨਾਲ ਉਹਨਾਂ ਅੰਦਰ ਭਾਈਚਾਰਕ ਇਕਮੁੱਠਤਾ ਤੇ ਗੌਰਵ ਦੀ ਰੁਚੀ ਪ੍ਰਫੁੱਲਤ ਹੋਈ। ਇਹ ਗੱਲ ਉਹਨਾਂ ਨੂੰ ਚੰਗੇ ਜਾਂ ਮਾੜੇ ਲਈ ਹੋਰ ਜ਼ਿਆਦਾ ਤਾਕਤਵਰ ਕਰਦੀ ਹੈ ਅਤੇ ਜੇਕਰ ਪੰਜਾਬ ਦੇ ਜੱਟ ਕਿਸਾਨ ਦੀ ਬਰਤਾਨਵੀ ਰਾਜ ਪ੍ਰਤੀ ਵਫਾਦਾਰੀ ਤਿੜਕ ਗਈ ਤਾਂ ਇਸ ਨਾਲ ਬੰਗਾਲ ਵਿੱਚ ਪੈਦਾ ਹੋਣ ਵਾਲੇ ਕਿਸੇ ਵੀ ਖਤਰੇ ਨਾਲੋਂ ਕਿਤੇ ਵੱਧ ਸੰਗੀਨ ਹਾਲਤ ਪੈਦਾ ਹੋ ਜਾਵੇਗੀ। ਅੰਗਰੇਜ਼ ਉੱਚ ਅਧਿਕਾਰੀ ਦੀ ਉਪਰੋਕਤ ਟਿੱਪਣੀ ਤੋਂ ਸਾਫ਼ ਪਤਾ ਚੱਲਦਾ ਹੈ
ਕਿ 20ਵੀਂ ਸਦੀ ਦੇ ਪਹਿਲੇ ਦਹਾਕੇ ਅੰਦਰ ਬਸਤੀਵਾਦੀ ਹਾਕਮ ਪੰਜਾਬ ਅੰਦਰ ਪੈਦਾ ਹੋ ਰਹੀ ਹਾਲਤ ਨੂੰ ਬੰਗਾਲ ਨਾਲੋਂ ਵੀ ਵੱਧ ਗੰਭੀਰ ਤੇ ਖਤਰਨਾਕ ਸਮਝਦੇ ਸਨ। ਰਾਸ਼ਟਰਵਾਦੀ ਬਿਰਤਾਂਤ ਅੰਦਰ ਪੰਜਾਬ ਦੇ ਤਤਕਾਲੀ ਰਾਜਸੀ ਵਾਤਾਵਰਣ ਦਾ ਜ਼ਿਕਰ ਮੁੱਖ ਤੌਰ ਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਹਵਾਲੇ ਨਾਲ ਹੀ ਕੀਤਾ ਗਿਆ ਹੈ। ਇਸ ਲਹਿਰ ਦੇ ਦੋ ਆਗੂਆਂ ਲਾਲਾ ਲਾਜਪਤ ਰਾਏ, ਸਰਦਾਰ ਅਜੀਤ ਸਿੰਘ ਨੂੰ ਕੌਮੀ ਹੀਰੋਆਂ ਵਜੋਂ ਉਭਾਰਿਆ ਗਿਆ ਹੈ। ਸਚਾਈ ਇਹ ਹੈ ਕਿ ਪਗੜੀ ਸੰਭਾਲ ਜੱਟਾ ਲਹਿਰ ਮੁੱਖ ਰੂਪ ਵਿੱਚ ਕਰਸਾਨੀ ਦੀ ਆਰਥਿਕ ਲਹਿਰ ਸੀ, ਜਿਸ ਨੇ ਪੰਜਾਬ ਦੀ ਤਤਕਾਲੀ ਰਾਜਸੀ ਹਾਲਤ ਉੱਤੇ ਸੀਮਤ ਅਸਰ ਹੀ ਪਾਇਆ ਸੀ। ਉਕਤ ਨੋਟ ਤੋਂ ਸਾਫ਼ ਪ੍ਰਗਟ ਹੋ ਜਾਂਦਾ ਹੈ ਕਿ ਬਰਤਾਨਵੀ ਹਾਕਮ ਸਿੱਖ ਕੌਮ ਅੰਦਰ ਫੈਲੀ ਆ ਰਹੀ ਧਾਰਮਿਕ ਤੇ ਰਾਜਸੀ ਚੇਤਨਾ ਨੂੰ ਕਿਰਸਾਨੀ ਦੀ ਆਰਥਿਕ ਬੇਚੈਨੀ ਨਾਲੋਂ ਕਿਤੇ ਵੱਧ ਗੰਭੀਰ ਤੇ ਖਤਰਨਾਕ ਸਮਝਦੇ ਸਨ। ਮਹਿਜ 7 ਸਾਲਾਂ ਬਾਅਦ ਗਦਰ ਲਹਿਰ ਦੇ ਉਭਾਰ ਨੇ ਬਰਤਾਨਵੀ ਅਧਿਕਾਰੀਆਂ ਦੇ ਉਪਰੋਕਤ ਜਾਇਜ਼ੇ ਨੂੰ ਸੱਚ ਸਾਬਤ ਕਰ ਦਿੱਤਾ ਸੀ। ਕਈ ਗਦਰੀ ਸੰਗਰਾਮੀਆਂ ਨੇ ਦੱਸਿਆ ਸੀ ਕਿ ਉਹ ਸੂਰਮਗਤੀ ਨਾਲ ਜਿਉਣ ਤੇ ਮਰਨ ਲਈ ਭਾਈ ਵੀਰ ਸਿੰਘ ਦੇ ਨਾਵਲਾਂ ਤੇ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਤੋਂ ਪ੍ਰੇਰਿਤ ਹੋਏ ਸਨ। ਨੋਟ: ਲਾਲਾ ਲਾਜਪਤ ਰਾਏ ਤੇ ਸਰਦਾਰ ਅਜੀਤ ਸਿੰਘ ਪੰਜਾਬ ਅੰਦਰ ਆਰੀਆ ਸਮਾਜ ਦੇ ਮੋਹਰੀ ਸਨ। ਉਹਨਾਂ ਦਾ ਰਾਸ਼ਟਰਵਾਦ ਮੂਲ ਰੂਪ ਵਿੱਚ ਹਿੰਦੂ ਰਾਸ਼ਟਰਵਾਦ ਹੀ ਸੀ। ਸਰਦਾਰ ਅਜੀਤ ਸਿੰਘ ਖਾਸ ਕਰਕੇ ਹਿੰਦੂ ਰਾਸ਼ਟਰਵਾਦ ਦੇ ਮੂੰਹ ਫੱਟ ਬੁਲਾਰੇ ਬਾਲ ਗੰਗਾਧਰ ਤਿਲਕ ਦੇ ਅਨੰਨ ਭਗਤ ਸਨ। ਅੱਗੇ ਜਾ ਕੇ ਦੇਖਾਂਗੇ ਕਿ ਉਹ ਗਦਰ ਲਹਿਰ ਦੇ ਆਗੂਆਂ ਦੀਆਂ ਇਛਾਵਾਂ ਤੇ ਉਮੀਦਾਂ ਤੇ ਪੂਰੇ ਨਹੀਂ ਉਤਰੇ ਸਨ। ਕਿਤਾਬ ਤੂਫਾਨਾਂ ਦਾ ਸ਼ਾਹ ਅਸਵਾਰ, ਸ਼ਹੀਦ ਕਰਤਾਰ ਸਿੰਘ ਸਰਾਭਾ, ਲੇਖਕ ਸਰਦਾਰ ਅਜਮੇਰ ਸਿੰਘ, ਭਾਗ 5ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।